ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਿਖ ਉਦੰਬਰ ਜਿਉ ਜਿਹੇ ਕਾਇਆ। ਲਾਗੇ ਫਲ ਬ੍ਰਹਮੰਡ ਨਿਕਾਇਆ। ਉਤਪਤ ਪਾਲਨ ਅਰ ਸੰਹਰਤਾ। ਤੀਨ ਦੇਵ ਸਭ ਮਹਿ ਅਸ ਕਰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ। ਵਡਭਾਗੀ ਹੋ ਕੇ ਨਿਤਾ ਪ੍ਰਤੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਭ ਤੋਂ ਪਹਿਲੀ ਵਾਰ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਕਥਨ ਹੋਈ। ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਬਾਲਾ ਜੀ ਨੇ ਕਥਾ ਕਥਨ ਕੀਤੀ। ਉਸੇ ਜਨਮ ਸਾਖੀ ਦਾ ਅਨੁਵਾਦ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਹੈ। ਇਹ ਕਥਾ ਯਮੁਨਾ ਨਗਰ ਜਗਾਦਰੀ ਦੇ ਪਾਸ ਬੂੜੀਆ ਨਗਰ ਹੈ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ। ਉਸ ਜਗ੍ਹਾ ਤੇ ਰਹਿ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਕਥਾ ਲਿਖੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਗਤ ਧਰੂ ਜੀ ਦੇ ਆਸਣ ਤੇ ਪਹੁੰਚੇ ਨੇ।
ਭਗਤ ਧਰੂ ਜੀ ਨਾਲ ਕੁਝ ਬਚਨ ਬਿਲਾਸ ਹੋਏ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਇੱਥੇ ਛੱਡ ਕੇ ਸਤਿਗੁਰੂ ਜੀ ਸੱਚਖੰਡ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਨੂੰ ਗਏ ਹਨ। ਜਿਸ ਸੱਚਖੰਡ ਦੀ ਆਭਾ ਬੜੀ ਅਲੌਕਿਕ, ਅਦਭੁਤ, ਅਸਚਰਜ ਤੇ ਵਿਸਮਾਦਮਈ ਹੈ। ਸਲੋਕ ਮੁਕਤੀ, ਸਮੀਪ ਮੁਕਤੀ ਤੇ ਸਰੂਪ ਮੁਕਤੀ ਵਾਲੇ ਮਹਾਂਪੁਰਸ਼ ਭਗਤਾਂ ਦਾ ਮੇਲ ਹੋਇਆ। ਤਿਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਨਮਸਕਾਰ ਕੀਤੀ ਹੈ। ਮਣੀਆਂ ਲੱਗੀਆਂ ਹੋਈਆਂ, ਹਰੇ ਰੰਗ ਦੀਆਂ ਕੌਸਤਭ ਮਣੀਆਂ ਦੇ ਨਾਲ ਕੰਧਾਂ ਜਿਹੜੀਆਂ ਹਨ ਉਹ ਭਰੀਆਂ ਹੋਈਆਂ ਨੇ। ਬੜੀ ਸੋਹਣੀ ਅਦਭੁਤ ਰਚਨਾ ਹੈ ਸੱਚਖੰਡ ਦੀ, ਜਿੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਰਿਹਾ ਹੈ। ਇਉਂ ਜਾਪਦਾ ਜਿਵੇਂ ਕਰੋੜਾਂ ਬਿਜਲੀਆਂ ਇੱਕ ਜਗ੍ਹਾ ਤੇ ਸਮੇਟ ਕੇ ਰੱਖੀਆਂ ਹੋਣ। ਸੱਚਖੰਡ ਵਿੱਚ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਨਿਵਾਸ ਕਰ ਰਹੇ ਨੇ। ਆਕਾਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਬਚਨ ਬਿਲਾਸ ਕਰ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਸਨਮੁਖ ਆਏ ਨੇ, ਜਿੱਥੇ ਨਿਰੰਕਾਰ ਜੀ ਦਾ ਸੁੰਦਰ ਆਸਣ ਹੈ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਦੀ ਸੋਹਣੀ ਮੂਰਤ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਆਪਣੇ ਸਰੀਰਾਂ ਕਰਕੇ, ਤਨਾਂ ਕਰਕੇ ਹਾਜ਼ਰੀ ਗੁਰੂ ਚਰਨਾਂ 'ਚ ਭਰ ਰਹੇ ਹਾਂ, ਉੱਥੇ ਆਪਣਿਆਂ ਮਨਾਂ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ 'ਚ ਲਵਾਈਏ। ਆਪਣੀਆਂ ਸੁਰਤੀਆਂ, ਆਪਣੇ ਮਨ ਗੁਰੂ ਚਰਨਾਂ ਵਿੱਚ ਹਾਜ਼ਰ ਕਰਨ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਬ੍ਰਿਖ ਉਦੰਬਰ ਜਿਉ ਜਿਹ ਕਾਇਆ। ਕਹਿੰਦੇ ਜਿਵੇਂ ਗੁੱਲਰ ਦਾ ਬੂਟਾ ਹੁੰਦਾ ਨਾ, ਦਰਖਤ, ਉਹਨੂੰ ਨਿੱਕੇ ਨਿੱਕੇ ਗੁੱਲਰ ਲੱਗੇ ਹੁੰਦੇ ਨੇ ਸੈਂਕੜਿਆਂ ਦੀ ਗਿਣਤੀ 'ਚ। ਕਹਿੰਦੇ ਇਉਂ ਕਹਿ ਸਕਦੇ ਹਾਂ ਵੀ ਜਿਹੜਾ ਨਿਰੰਕਾਰ ਹੈ, ਪਰਮੇਸ਼ਰ ਹੈ, ਉਹਦੀ ਜਿਹੜੀ ਕਾਇਆ ਹੈ ਉਹ ਗੁੱਲਰ ਦੇ ਦਰਖਤ ਵਾਂਗੂ ਹੈ। ਲਾਗੇ ਫਲ ਬ੍ਰਹਮੰਡ ਨਿਕਾਇਆ। ਤੇ ਜਿਵੇਂ ਗੁੱਲਰ ਦੇ ਬੂਟੇ ਨੂੰ ਨਿੱਕੇ ਨਿੱਕੇ ਗੁੱਲਰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੱਗੇ ਹੁੰਦੇ ਐ, ਏਦਾਂ ਅਕਾਲ ਪੁਰਖ ਪਰਮੇਸ਼ਰ ਰੂਪੀ ਗੁੱਲਰ ਦੇ ਦਰਖਤ ਨੂੰ ਜਿੰਨੇ ਆ ਬ੍ਰਹਮੰਡ ਨੇ, ਆ ਇੱਕ ਬ੍ਰਹਮੰਡ ਹੈ ਜਿਹਦੇ 'ਚ ਅਸੀਂ ਰਹਿੰਦੇ ਆ, ਏਦਾਂ ਦੇ ਕਰੋੜਾਂ ਬ੍ਰਹਮੰਡਾਂ ਦੇ ਗੁੱਲਰ ਦੇ ਜਿਹੜੇ ਫਲ ਨੇ ਉਹ ਮਾਨੋ ਅਕਾਲ ਪੁਰਖ ਜੀ ਦੀ ਕਾਇਆ ਨੂੰ ਲੱਗੇ ਹੋਏ ਨੇ। ਏਦਾਂ ਕਹਿ ਸਕਦੇ ਹਾਂ ਕਿ ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਐਸੇ ਕਰੋੜਾਂ ਬ੍ਰਹਮੰਡ ਵਸਦੇ ਹਨ। ਉਤਪਤ ਪਾਲਨ ਅਰ ਸੰਹਰਤਾ। ਜਿਹੜਾ ਉਤਪਤੀ ਵੀ ਕਰਦਾ, ਪਾਲਦਾ ਵੀ ਹੈ ਔਰ ਸੰਘਾਰ ਵੀ ਕਰਦਾ, ਉਹ ਪਰਮੇਸ਼ਰ। ਜਿਹੜਾ ਉਤਪਤੀ ਕਰਨ ਵੇਲੇ ਜਦੋਂ ਕਹਿੰਦਾ ਕੀਤਾ ਪਸਾਓ ਏਕੋ ਕਬਾਓ, ਤਿਸ ਤੇ ਹੋਏ ਲੱਖ ਦਰਿਆਓ, ਆਪਣੇ ਇੱਕ ਕਬਾਓ ਨਾਲ ਹੀ ਕਰੋੜਾਂ ਬ੍ਰਹਮੰਡਾਂ ਦੀ ਰਚਨਾ ਕਰ ਦਿੰਦਾ ਹੈ। ਫਿਰ ਪਾਲਦਾ ਵੀ ਹੈ, ਔਰ ਜਦੋਂ ਉਹਦੇ ਮਨ 'ਚ ਸੰਕਲਪ ਆਇਆ ਕਿ ਮੈਂ ਸਭ ਕੁਝ ਆਪਣੇ 'ਚ ਸਮੇਟ ਲਵਾਂ, ਉਦੋਂ ਇਹ ਸਭ ਕੁਝ ਪਰਲੇ 'ਚ ਵੀ ਚਲਿਆ ਜਾਣਾ ਹੈ। ਇੱਕ ਨਿਤ ਦੀ ਪਰਲੇ ਹੁੰਦੀ ਹੈ, ਇੱਕ ਖਾਲਸਾ ਜੀ ਮਹਾਪਰਲੈ ਹੁੰਦੀ ਹੈ। ਜਦੋਂ ਮਹਾਪਰਲੈ ਹੁੰਦੀ ਆ ਉਦੋਂ ਸਾਰਾ ਕੁਝ ਹੀ ਆਪਣੇ 'ਚ ਸਮੇਟ ਲੈਂਦਾ ਹੈ, ਉਤਪਤੀ ਕਰਦਾ ਹੈ, ਪਾਲਦਾ ਤੇ ਸੰਘਾਰਦਾ ਹੈ। ਤੀਨ ਦੇਵ ਸਭ ਮਹਿ ਅਸ ਕਰਤਾ। ਜਿਹੜੇ ਤਿੰਨ ਦੇਵ ਕਹੇ ਜਾਂਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਦੇਵਤੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਇਹ ਜਿਹੜੇ ਤਿੰਨ ਦੇਵਤੇ ਨੇ ਨਾ, ਤਿੰਨਾਂ ਦੇਵਤਿਆਂ ਦਾ ਵੀ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਹੈ। ਤਿੰਨ ਦੇਵਤੇ ਹੈ ਨਾ, ਬ੍ਰਹਮਾ ਜੀ, ਵਿਸ਼ਨੂੰ ਜੀ ਔਰ ਸ਼ਿਵ ਜੀ। ਇਹਨਾਂ ਤਿੰਨਾਂ ਦੇਵਾਂ ਨੂੰ ਕਰਨ ਵਾਲਾ ਹੈ ਅਕਾਲ ਪੁਰਖ ਪਰਮੇਸ਼ਰ, ਜਿਹਦੇ ਕੋਲ ਗੁਰੂ ਨਾਨਕ ਸਾਹਿਬ ਗਏ ਨੇ, ਤਿੰਨਾਂ ਦੇਵਾਂ ਦਾ ਕਰਤਾ। ਕਿਉਂਕਿ ਇਹ ਤਿੰਨੇ ਦੇਵਤੇ ਵੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਕੀਤੇ ਹੋਏ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ।
ਅਕਾਲ ਪੁਰਖ ਪਰਮੇਸ਼ਰ ਦੇ 3 ਦੇਵਤੇ ਬਣਾਏ ਹੋਏ ਹਨ। ਜਿਹ ਸਥਾਨ ਬੈਸੇ ਜਗ ਰਾਈ। ਕਹਿੰਦੇ ਐਸੇ ਅਕਾਲ ਪੁਰਖ ਜੀ ਜੋ ਸਾਰੇ ਜਗਤ ਦੇ ਰਾਈ ਰਾਜੇ ਹਨ। ਤੁਮ ਹੋ ਸਭ ਰਾਜਨ ਕੇ ਰਾਜਾ। ਜਿਸ ਅਸਥਾਨ ਦੇ ਉੱਤੇ ਉਹ ਅਕਾਲ ਪੁਰਖ ਜੀ ਬਿਰਾਜਮਾਨ ਹਨ, ਤਹਿ ਪਹੁੰਚੇ ਸਿੱਖਨ ਸੁਖਦਾਈ। ਉੱਥੇ ਸਿੱਖਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ। ਕੀਨ ਡੰਡੋਤ ਜੋਰ ਜੁਗ ਹਾਥਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਨੂੰ ਹੱਥ ਜੋੜ ਕੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ, ਪ੍ਰਣਾਮ ਕੀਤੀ ਹੈ। ਠਾਂਡੇ ਪੁਨ ਬੇਦੀ ਕੁਲ ਨਾਥਾ। ਬੇਦੀਆਂ ਦੀ ਕੁਲ ਦੇ ਨਾਥ ਜਗਤ ਨਾਥ ਗੁਰੂ ਨਾਨਕ ਸਾਹਿਬ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਜੀ ਦੇ ਸਨਮੁਖ ਹੱਥ ਜੋੜ ਕੇ ਖਲੋਤੇ ਹਨ। ਮੰਦ ਮੰਦ ਸ਼੍ਰੀ ਮੁਖ ਮੁਸਕਾਵਨ। ਔਰ ਸਹਿਜੇ ਸਹਿਜੇ ਪ੍ਰਭੂ ਜੀ ਮੁਸਕਰਾ ਰਹੇ ਹਨ। ਮ੍ਰਿਦੁਲ ਮਧੁਰ ਬੋਲੇ ਬਚ ਪਾਵਨ। ਬੜੇ ਮਧੁਰ ਮਿੱਠੇ ਕੋਮਲ ਬਚਨ ਬੋਲੇ ਅਕਾਲ ਪੁਰਖ ਜੀ। ਜਗ ਪ੍ਰਗਟੀ ਕਲ ਕਾਲ ਕੁਚਾਲੀ। ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ, ਜਗਤ ਵਿੱਚ ਕਲੀ ਕਾਲ ਦੀ ਭਿਆਨਕ ਚਾਲ ਪੈਦਾ ਹੋਈ ਹੈ। ਮਨੋਂ ਲੱਗੀ ਦੋ ਜਵਾਲ ਬਿਸਾਲੀ। ਮਾਨੋ ਸੰਸਾਰ ਦੇ ਲੋਕਾਂ ਨੂੰ ਵਿਕਾਰਾਂ ਦੀ ਅਗਨੀ ਨੇ ਸਾੜ ਕੇ ਸਵਾਹ ਕਰ ਦਿੱਤਾ ਹੋਇਆ। ਵਿਕਾਰਾਂ ਦੀ ਦੌ ਅਗਨੀ ਜਿਵੇਂ ਦਾਵਾ ਅਗਨ ਲੱਗਦੀ ਹੈ ਨਾ ਜੰਗਲ 'ਚ, ਇਉਂ ਸੰਸਾਰ ਦੇ ਵਿੱਚ ਵਿਕਾਰਾਂ ਦੀ, ਵਿਸ਼ਿਆਂ ਵਿਕਾਰਾਂ ਦੀ, ਦਵੈਸ਼ ਦੀ ਦੌ ਅਗਨੀ ਜਿਹੜੀ ਆ ਉਹ ਸਾਰੇ ਜਗਤ ਨੂੰ ਲੱਗੀ ਹੋਈ ਹੈ। ਵਿਸ਼ੈ ਵਿਖੈ ਹੋਇ ਲਪਟ ਅਧੀਰਾ। ਜੀਵ ਵਿਸ਼ਿਆਂ ਵਿਕਾਰਾਂ ਵਿੱਚ ਲੰਪਟ ਹੋ ਰਹੇ ਹਨ। ਵਿਸ਼ਿਆਂ ਵਿੱਚ ਤਿਨਾਂ ਦੀ ਸੁਰਤ ਖਚਤ ਹੋ ਰਹੀ ਹੈ। ਕਾਮੀ, ਕ੍ਰੋਧੀ, ਦਵੈਸ਼ੀ ਔਰ ਅਨੇਕ ਪ੍ਰਕਾਰ ਦੇ ਵਿਕਾਰਾਂ ਕਰਕੇ ਜੀਵਾਂ ਦੀ ਸੁਰਤ ਲੰਪਟ ਹੈ। ਵੱਡੇ ਬੇਗ ਸੋ ਬਹੀ ਸਮੀਰਾ। ਇਦਾਂ ਕਹਿ ਸਕਦੇ ਆ ਵੀ ਇਹ ਜਿਹੜੀ ਵਿਸ਼ਿਆਂ ਵਿਕਾਰਾਂ ਵਾਲੀ ਪ੍ਰੀਤ ਹੈ, ਇਹ ਬੜੀ ਤੇਜ਼ ਹਵਾ ਚੱਲ ਰਹੀ ਹੈ। ਅੱਗ ਲੱਗੀ ਹੋਈ ਹੈ ਤੇ ਅੱਗ ਲੱਗੀ ਹੋਈ 'ਚ ਜਦੋਂ ਹਵਾ ਚੱਲ ਜੇ ਹੋਰ ਵਿਕਰਾਲ ਹੋ ਜਾਂਦੀ ਆ ਅੱਗ। ਕਹਿੰਦੇ ਇਹ ਜਿਹੜੀ ਅੱਗ ਲੱਗੀ ਹੋਈ ਹੈ ਵਿਸ਼ਿਆਂ ਵਿਕਾਰਾਂ ਦੀ, ਉਹਦੇ 'ਚ ਵਿਸ਼ਿਆਂ ਪ੍ਰਤੀ ਜਿਹੜੀ ਜੀਵਾਂ ਦੇ ਅੰਦਰ ਰਤੀ ਹੈ, ਲੰਪਟ ਬਿਰਤੀ ਹੈ, ਇਹ ਇਉਂ ਹੈ ਜਿਵੇਂ ਕੋਈ ਤੇਜ ਸਮੀਰ ਹਵਾ ਚੱਲਦੀ ਹੋਵੇ। ਦੰਭ ਮੋਹ ਤੇ ਆਦ ਬਿਕਾਰਾ। ਪਖੰਡ ਆਦਿਕ ਜਿਹੜੇ ਮੋਹ ਆਦਿਕ ਵਿਕਾਰ ਹਨ, ਲਾਟੈ ਅਤ ਬਿਕਰਾਲ ਅਪਾਰਾ। ਇਹ ਵਿਕਰਾਲ ਲਾਟਾਂ ਬਲ ਰਹੀਆਂ ਨੇ ਅੱਗ ਦੀਆਂ। ਜਿੱਥੇ ਪਖੰਡ ਦੀਆਂ, ਮੋਹ ਦੀਆਂ, ਇਹ ਜਿੰਨੇ ਵਿਕਾਰ ਨੇ, ਇਹ ਮਨ ਨੂੰ ਇਸ ਅੱਗ ਦੀਆਂ ਉੱਚੀਆਂ ਉੱਠ ਰਹੀਆਂ ਲਾਟਾਂ ਹਨ। ਮਾਨਵ ਬ੍ਰਿੰਦੈ ਜਰਤ ਪੁਕਾਰਤ। ਔਰ ਉਹਦੇ ਵਿੱਚ ਜੀਵ ਅਨੇਕਾਂ ਹੀ ਸੜ ਕੇ ਪੁਕਾਰਦੇ ਹਨ ਕਿ ਸਾਨੂੰ ਇਸ ਅੱਗ ਤੋਂ ਬਚਾਓ। ਪਾਏ ਤਾਪ ਪੀਰਾ ਨਰ ਆਰਤ। ਔਰ ਉਸ ਅੱਗ ਦੇ ਤਾਪ ਕਰਕੇ ਨਰ ਦੁਖੀ ਨੇ, ਜੀਵ ਦੁਖੀ ਤੇ ਵਿਆਕੁਲ ਹਨ। ਤੁਮ ਧਾਰਾ ਧਰ ਸਰਸ ਪਠਾਏ। ਤੁਸੀਂ ਉਸ ਸੰਸਾਰ ਵਿੱਚ ਜਿੱਥੇ ਇਹੋ ਜੀ ਅੱਗ ਬਲ ਰਹੀ ਹੈ, ਹੇ ਗੁਰੂ ਨਾਨਕ ਸਾਹਿਬ, ਤੁਸੀਂ ਬੱਦਲ ਦਾ ਰੂਪ ਲੈ ਕੇ ਮੀਂਹ ਬਰਸਾਉਣ ਵਾਸਤੇ ਸਰੀਰ ਧਾਰਨ ਕਰਕੇ ਗਏ ਹੋ। ਕਿਉਂਕਿ ਜਦੋਂ ਏਦਾਂ ਅੱਗ ਲੱਗੀ ਹੋਵੇ ਨਾ ਦੌ ਅਗਨੀ ਜੰਗਲ 'ਚ, ਉਦੋਂ ਪਰਮੇਸ਼ਰ ਮੀਂਹ ਪਾਵੇ ਤਾਂ ਹੀ ਉਹ ਅੱਗ ਬੁਝਦੀ ਆ, ਉਦਾਂ ਨਹੀਂ ਬੁਝਦੀ, ਨਹੀਂ ਤਾਂ ਉਹ ਵਿਕਰਾਲ ਹੁੰਦੀ ਚਲੀ ਜਾਂਦੀ ਹੈ। ਕਹਿੰਦੇ ਤੁਸੀਂ ਸੰਸਾਰ ਦੇ ਵਿੱਚ ਬੱਦਲ ਰੂਪ ਹੋ ਕੇ ਮੀਂਹ ਬਰਸਾਉਣ ਵਾਸਤੇ ਸੰਸਾਰ ਦੇ ਵਿੱਚ ਸਰੀਰ ਧਾਰਨ ਕੀਤਾ ਹੈ। ਮਧੁਰ ਮਧੁਰ ਧੁਨ ਕੀਰਤ ਗਾਏ। ਜਿਹੜੀ ਤੁਸੀਂ ਪਰਮੇਸ਼ਰ ਦੀ ਸਾਡੀ ਕੀਰਤੀ ਗਾਉਂਦੇ ਹੋ, ਸਾਡੀ ਉਪਮਾ ਗਾਇਨ ਕਰਦੇ ਹੋ, ਕੀਰਤਨ ਗਾਇਨ ਕਰਦੇ ਹੋ ਮਿੱਠੀ ਮਿੱਠੀ ਆਵਾਜ਼ ਵਿੱਚ। ਨਾਮ ਸੋ ਜਸ ਜਿਸ ਮੈਂ ਬਰਬਾਰਾ। ਉਹਦੇ ਵਿੱਚ ਪਰਮੇਸ਼ਰ, ਮੇਰਾ ਜਿਹੜਾ ਨਾਮ ਹੈ, ਉਹ ਨਾਮ ਰੂਪੀ 12 ਕਹਿੰਦੇ ਆ ਜਲ ਨੂੰ, ਉਹ ਜਲ ਭਰਿਆ ਹੋਇਆ। ਉਹਦੇ ਚ ਸੁਜਸ ਰੂਪੀ ਨਾਮ ਰੂਪੀ ਜਲ ਭਰਿਆ ਹੋਇਆ ਹੈ। ਹੁਤਾਸਨ ਨਾਸ਼ਨ ਹਾਰਾ। ਉਹ ਇਸ ਵਿਕਾਰਾਂ ਦੀ ਅੱਗ ਨੂੰ ਬੁਝਾਉਣ ਵਾਲਾ, ਵਿਕਾਰਾਂ ਦੀ ਇਸ ਅੱਗ ਨੂੰ ਸ਼ਾਂਤ ਕਰਨ ਵਾਲਾ ਹੈ। ਅਤ ਸੀਤਲਤਾ ਭਗਤ ਸੁਹਾਈ। ਔਰ ਸ਼ੀਤਲਤਾ ਰੂਪੀ ਭਗਤੀ ਨੂੰ ਤੁਸੀਂ ਸੰਸਾਰ ਦੇ ਵਿੱਚ ਫੈਲਾਇਆ ਹੈ। ਯਾਨੀ ਕਿ ਭਗਤੀ ਦੀ ਸ਼ੀਤਲਤਾ ਤੇ ਠੰਡ ਸੰਸਾਰ ਵਿੱਚ ਪਾਈ ਹੈ। ਨਿਜ ਸਰੂਪ ਸਮਝਨ ਸੁਖ ਪਾਈ। ਜਿਹੜਾ ਆਪਣਾ ਸਵਰੂਪ ਬੁੱਝਣਾ ਹੈ ਕਿ ਮੇਰਾ ਸਵਰੂਪ ਕੀ ਹੈ,
ਇਹ ਸ਼ੀਤਲਤਾ, ਇਹ ਸੁੱਖ ਸੰਸਾਰ ਦੇ ਜੀਵਾਂ ਨੂੰ ਤੁਹਾਡੇ ਕਰਕੇ ਪ੍ਰਾਪਤ ਹੋ ਰਿਹਾ ਹੈ। ਜਰਤਿਓ ਨਰਨ ਉਬਾਰਨ ਕਾਰਨ, ਜਿਹੜੇ ਜੀਵ ਸੰਸਾਰ ਦੀ ਇਸ ਅੱਗ ਦੇ ਵਿੱਚ ਸੜ ਰਹੇ ਨੇ, ਉਹਨਾਂ ਨੂੰ ਉਭਾਰਨ ਵਾਸਤੇ, ਉਹਨਾਂ ਨੂੰ ਬਚਾਉਣ ਵਾਸਤੇ, ਜਗ ਪ੍ਰਗਟੇ ਤੁਮ ਦੰਭ ਬਿਦਾਰਨ, ਪਖੰਡ ਦਾ ਨਾਸ਼ ਕਰਨ ਵਾਸਤੇ ਤੁਸੀਂ ਸੰਸਾਰ ਦੇ ਵਿੱਚ ਪ੍ਰਗਟੇ ਹੋ। ਗੁਰੂ ਨਾਨਕ ਸਾਹਿਬ, ਤੁਸੀਂ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ। ਸੋ ਕਾਰਜ ਸਭ ਹੀ ਕਰ ਆਏ, ਉਹ ਸਾਰਾ ਕਾਰਜ ਤੁਸੀਂ ਕਰ ਆਏ ਹੋ। ਅਕਾਲ ਪੁਰਖ ਜੀ ਕਹਿੰਦੇ, ਹੇ ਗੁਰੂ ਨਾਨਕ ਸਾਹਿਬ, ਜਿਹੜੇ ਕਾਰਜ ਲਈ ਤੁਸੀਂ ਗਏ ਸੀ ਸੰਸਾਰ ਵਿੱਚ, ਜੀਵਾਂ ਦੇ ਭਲੇ ਵਾਸਤੇ, ਜੀਵਾਂ ਨੂੰ ਉਧਾਰਨੇ ਨਿਮਿਤ, ਭਗਤੀ ਤੇ ਨਾਮ ਦਾ ਵਿਸਥਾਰ ਕਰਨ ਵਾਸਤੇ, ਕੀ ਉਹ ਕਾਰਜ ਤੁਸੀਂ ਕਰ ਆਏ ਹੋ ਸਾਰਾ? ਹਾਂਜੀ। ਕਿਦੋ ਰਹਿਓ ਕਰਨੋ ਕਿਤ ਥਾਏ, ਜਾਂ ਫਿਰ ਕੁਝ ਜਗ੍ਹਾ ਤੇ ਰਹਿ ਗਿਆ ਹੈ, ਜੇ ਕਰ ਆਏ ਹੋ ਤਾਂ ਵੀ ਦੱਸੋ, ਜੇ ਕਿਤੇ ਰਹਿੰਦਾ ਹੈ ਨਹੀਂ ਕੀਤਾ ਤੇ ਤਾਂ ਵੀ ਦੱਸੋ। ਦੋਹਰਾ ਸੁਨ ਸਤਿ ਸ੍ਰੀ ਅਕਾਲ ਤੇ ਅਸ ਪ੍ਰਕਾਰ ਕੇ ਬੈਨ, ਸਤਿ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਬਚਨ ਜਦੋਂ ਗੁਰੂ ਨਾਨਕ ਸਾਹਿਬ ਨੇ ਸੁਣੇ, ਸੁਣ ਕੇ ਬੋਲੇ ਸ਼੍ਰੀ ਨਾਨਕ ਤਬੈ ਜੇ ਸਿੱਖਨ ਸੁਖ ਦੇਨ, ਹੱਥ ਜੋੜ ਕੇ ਬੋਲੇ, ਸਿੱਖਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ। ਚੌਪਈ ਹੁਤੇ 18 ਸਾਗਰ ਟਾਪੂ, ਆਖਿਆ ਅਕਾਲ ਪੁਰਖ ਜੀ, ਸਮੁੰਦਰ ਵਿੱਚ ਜਿਹੜੇ ਟਾਪੂ ਨੇ 18, ਉਹਨਾਂ 18 ਟਾਪੂਆਂ ਦੇ ਉੱਤੇ ਮੈਂ ਸੈਲ ਕੀਤਾ। ਗੁਰੂ ਨਾਨਕ ਸਾਹਿਬ ਕਿਉਂਕਿ ਟਾਪੂਆਂ 'ਚ ਵਿਚਰ ਰਹੇ ਸਨ। ਆਖਿਆ ਜਿਹੜੇ ਸਮੁੰਦਰ ਵਿੱਚ 18 ਟਾਪੂ ਹਨ, ਪਸਰ ਰਹਿਓ ਤਹ ਨਾਮ ਪ੍ਰਤਾਪੂ, ਉਹਨਾਂ 18 ਟਾਪੂਆਂ ਤੇ ਤੁਹਾਡਾ ਨਾਮ ਪਸਰ ਰਿਹਾ ਹੈ। ਉਹਨਾਂ 18 ਟਾਪੂਆਂ ਤੇ ਤੁਹਾਡੇ ਨਾਮ ਦਾ ਬੀਜ ਬੀਜਿਆ ਅਕਾਲ ਪੁਰਖ ਜੀ, ਔਰ ਉੱਥੇ ਟਾਪੂਆਂ ਤੇ ਰਹਿਣ ਵਾਲੇ ਲੋਕ ਆਪ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰ ਰਹੇ ਹਨ। ਜੰਬੂ ਦੀਪ ਬਿਖੈ ਬਹੁ ਥਾਈ, ਫਿਰ ਜਿਹੜੇ ਦੀਪ ਨੇ ਜੰਬੂ ਦੀਪ ਆਦਿਕ, ਉਹਨਾਂ ਸਾਰੀਆਂ ਥਾਵਾਂ ਤੇ ਪਸਰੀ ਭਗਤ ਮਹਾ ਸੁਖਦਾਈ। ਮਹਾਰਾਜ ਜੀ, ਤੁਹਾਡੀ ਭਗਤੀ ਪਸਰੀ ਹੈ, ਤੁਹਾਡੀ ਭਗਤੀ ਦਾ ਵਰਤਾਰਾ ਸਾਰੇ ਦੀਪਾਂ ਦੇ ਉੱਤੇ ਵੀ ਵਰਤ ਰਿਹਾ ਹੈ। ਅਬ ਨਵ ਖੰਡਨ ਜਾਏ ਬਹੋਰੀ, ਹੁਣ ਜਿਹੜੇ 9 ਖੰਡ ਨੇ ਧਰਤੀ ਦੇ, ਅਕਾਲ ਪੁਰਖ ਜੀ, ਹੁਣ ਉਹਨਾਂ ਅਸੀਂ 9 ਖੰਡਾਂ ਦੀ ਯਾਤਰਾ ਕਰਨੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ 18 ਟਾਪੂਆਂ ਤੇ ਜਾ ਆਏ ਆ, 7 ਦੀਪ ਜਿਹੜੇ ਕਹੇ ਜਾਂਦੇ ਆ, ਉਹਨਾਂ 7 ਦੀਪਾਂ ਤੇ ਵੀ ਜਾ ਆਏ ਆ। ਜਿਹੜੇ 9 ਖੰਡ ਰਹਿੰਦੇ ਆ ਧਰਤੀ ਦੇ, ਭਾਰਤ ਖੰਡ ਨੂੰ ਛੱਡ ਕੇ, ਉਹਨਾਂ 9 ਖੰਡਾਂ ਦੇ ਉੱਤੇ ਹੁਣ ਅਸੀਂ ਵਿਚਰਨਾ ਹੈ। ਤੈ ਉਪਦੇਸ਼ ਕਟੋਂ ਦੁਖ ਘੋਰੀ, ਉੱਥੇ ਵੀ ਤੁਹਾਡੀ ਭਗਤੀ ਦਾ, ਨਾਮ ਜਪਣ ਦਾ ਉਪਦੇਸ਼ ਦੇ ਕੇ ਜੀਵਾਂ ਦੇ ਦੁੱਖ ਕੱਟਣੇ ਨੇ, ਜੀਵਾਂ ਨੂੰ ਇਸ ਬਲਦੀ ਅੱਗ ਤੋਂ ਉਭਾਰਨਾ ਹੈ। ਸਪਤ ਦੀਪ ਮੈਂ ਨਾਮ ਪ੍ਰਤਾਪਾ, ਮਹਾਰਾਜ ਜੀ, 7 ਦੀਪਾਂ ਦੇ ਉੱਤੇ ਤੁਹਾਡੇ ਨਾਮ ਦਾ ਪ੍ਰਤਾਪ ਫੈਲ ਗਿਆ। 7 ਦੀਪਾਂ ਉੱਤੇ ਤੁਹਾਡੇ ਨਾਮ ਦੀ ਮਹਿਮਾ ਪਸਰ ਗਈ ਹੈ। ਸੁਨ ਕਰ ਸ਼ਬਦ ਕਰਹਾਂਗੇ ਜਾਪਾ, ਉਹ ਸਾਡਾ ਸ਼ਬਦ ਸੁਣ ਕੇ ਤੁਹਾਡਾ ਜਾਪ ਜਪਣਗੇ, ਤੁਹਾਡੇ ਜਾਪ ਦੀ ਆਰਾਧਨਾ ਕਰਨਗੇ। ਹੋਇਆ ਹੈ ਭਗਤ ਨਾਮ ਵਡਿਆਈ, ਜਿੱਥੇ ਪਰਮੇਸ਼ਰ ਜੀ ਤੁਹਾਡੀ ਭਗਤੀ ਤੇ ਨਾਮ ਦੀ ਵਡਿਆਈ ਹੋਵੇਗੀ, ਧਰਾ ਭਾਰ ਦੁੱਖ ਸਭ ਮਿਟ ਜਾਈ। ਤੇ ਧਰਤੀ ਦੇ ਉੱਤੇ ਜਿਹੜਾ ਭਾਰ ਹੈ ਉਹ ਮਿਟ ਜਾਏਗਾ, ਧਰਤੀ ਹੌਲੀ ਹੋ ਜਾਏਗੀ। ਸਿਮਰਹਿ ਨਾਮ ਗਿਆਨ ਪੁਨ ਕਰਹੀ, ਔਰ ਨਾਮ ਸਿਮਰਨਗੇ ਔਰ ਆਪ ਜੀ ਦੀ ਸਿਫਤ ਨੂੰ ਗਾਇਨ ਕਰਨਗੇ। ਜਨਮ ਜਨਮ ਅਗ ਕੋਟਕ ਹਰਹੀ, ਔਰ ਜਨਮਾਂ ਜਨਮਾਂ ਦੇ ਕਰੋੜਾਂ ਪਾਪ ਉਹਨਾਂ ਦੇ ਕੱਟੇ ਜਾਣਗੇ, ਕਰੋੜਾਂ ਪਾਪ ਦਗਧ ਹੋ ਜਾਣਗੇ। ਕਨ ਸੁਰ ਸਮ ਗੰਭੀਰ ਸੋਬਾਨੀ, ਕਹਿੰਦੇ ਜਦੋਂ ਬੱਦਲ ਵਰਗੀ ਗਰਜਮੀ ਬਾਣੀ, ਕਰਤਾ ਪੁਰਖ ਕਹਿਤ ਸੁਖ ਸਾਨੀ। ਅਕਾਲ ਪੁਰਖ ਜੀ ਬੋਲੇ ਸੁਖ ਸਹਿਤ। ਉਚਰਹੁ ਮਹਿਮਾ ਨਾਮ ਮਨੋਗਾ, ਆਖਿਆ ਹੈ ਗੁਰੂ ਨਾਨਕ ਸਾਹਿਬ, ਆਪ ਜੀ ਨਾਮ ਦੀ ਭਾਰੀ ਮਹਿਮਾ ਨੂੰ ਉਚਰੋ। ਖਾਲਸਾ ਜੀ, ਅਕਾਲ ਪੁਰਖ ਜੀ ਵੀ ਆਪਣੇ ਨਾਮ ਦੀ ਵਡਿਆਈ ਸੁਣ ਕੇ ਪ੍ਰਸੰਨ ਹੁੰਦੇ ਹਨ। ਅਕਾਲ ਪੁਰਖ ਜੀ ਆਪਣੇ ਨਾਮ ਦੀ, ਆਪਣੇ ਨਾਲੋਂ ਵੱਧ ਪ੍ਰਤਾਪ ਆਪਣੇ ਨਾਮ ਦਾ ਸੰਸਾਰ ਦੇ ਵਿੱਚ ਪ੍ਰਗਟ ਕਰਦੇ ਹਨ। ਕਹੋ ਕਹਾਂ ਲਗ ਨਾਮ ਵਡਾਈ, ਰਾਮ ਨ ਸਕਹੀ ਰਾਮ ਗੁਣ ਗਾਈ। ਪਰਮੇਸ਼ਰ ਦੇ ਨਾਮ ਦੀ ਵਡਿਆਈ ਇਥੋਂ ਤੱਕ ਕਹੀਏ, ਖੁਦ ਰਾਮ ਆਪ ਵੀ ਰਾਮ ਦੇ ਨਾਮ ਦੀ ਮਹਿਮਾ ਨੂੰ ਵਰਣਨ ਕਰਕੇ ਨਹੀਂ ਕਹਿ ਸਕਦੇ। ਅਕਾਲ ਪੁਰਖ ਜੀ ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ, ਆਪ ਜੀ ਨਾਮ ਦੀ ਜੋ ਸੁੰਦਰ ਵਡਿਆਈ ਹੈ
ਉਸ ਨੂੰ ਕਥਨ ਕਰੋ। ਜੋ ਮਤ ਮੰਦਨ ਤਾਰਨ ਜੋਗਾ। ਇਹ ਐਸੀ ਵਡਿਆਈ ਹੈ ਨਾਮ ਦੀ ਕਿ ਜਿਹੜਾ ਨਾਮ ਹੈ ਇਹ ਮਾੜੀ ਮੱਤ ਵਾਲੇ ਜੀਵਾਂ ਨੂੰ ਸੰਸਾਰ ਤੋਂ ਤਾਰਨ ਯੋਗ ਹੈ। ਜਿਹੜੇ ਮਾੜੀ ਮੱਤ ਵਾਲੇ ਜੀਵ ਨੇ ਉਹਨਾਂ ਦੇ ਉਦਾਹਰਨੇ ਨਮੇਤੇ ਹਰੀ ਨਾਮ ਹੈ। ਨਿਜ ਮੁਖ ਤੇ ਤੁਮ ਗਾਏ ਸੁਨਾਵੋ। ਉਹ ਨਾਮ ਤੁਸੀਂ ਆਪਣੇ ਮੁਖੋਂ ਗਾ ਕੇ ਸਰਵਣ ਕਰਾਓ ਔਰ ਜਾਏ ਉਪਦੇਸ਼ ਦ੍ਰਿੜਾਵੋ। ਔਰ ਜਾ ਕੇ ਸੰਸਾਰ ਦੇ ਜੀਵਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਵੋ। ਸੁਨ ਬੋਲੇ ਸ਼੍ਰੀ ਨਾਨਕ ਬਾਣੀ। ਅਕਾਲ ਪੁਰਖ ਜੀ ਦੇ ਬਚਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ। ਆਸਾ ਰਾਗ ਬਿਖੇ ਸ਼ੁਭ ਸਾਨੀ। ਰਾਗ ਆਸਾ ਦੇ ਵਿੱਚ ਸਤਿਗੁਰੂ ਜੀ ਨੇ ਸੁੱਖਾਂ ਵਾਲੀ ਅੰਮ੍ਰਿਤ ਬਾਣੀ ਆਸਾ ਰਾਗ ਗੁਰੂ ਨਾਨਕ ਸਾਹਿਬ ਨੇ ਆਪ ਗਾਇਆ। ਖਾਲਸਾ ਜੀ ਦੋ ਪੱਧਤੀਆਂ ਨੇ। ਇੱਕ ਸ਼ਾਸਤਰੀ ਸੰਗੀਤ ਦੀ ਪੱਧਤੀ ਹੈ ਹਿੰਦੁਸਤਾਨ ਵਿੱਚ। ਸ਼ਾਸਤਰੀ ਸੰਗੀਤ ਦੀ ਪੱਧਤੀ ਵਿੱਚ ਬਹੁਤ ਸਾਰੇ ਰਾਗ ਨੇ। ਦੂਸਰੀ ਗੁਰਮਤਿ ਸੰਗੀਤ ਦੀ ਪੱਧਤੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗੁਰਮਤਿ ਸੰਗੀਤ ਦੀ ਪੱਧਤੀ ਨਾਲ ਕੀਰਤਨ ਕੀਤਾ ਜਾਂਦਾ ਰਾਗੀ ਸਿੰਘਾਂ ਵੱਲੋਂ। ਸ਼ਾਸਤਰੀ ਸੰਗੀਤ ਵਿੱਚ ਜਿਹੜੇ ਕੁਝ ਰਾਗ ਨੇ ਉਹ ਗੁਰਮਤਿ ਸੰਗੀਤ ਵਿੱਚ ਵੀ ਆਉਂਦੇ ਆ। ਉਹਨਾਂ ਦੇ ਗਾਉਣ ਦੀ ਸ਼ੈਲੀ ਜਿਹੜੀ ਆ ਉਹ ਵੱਖਰੇ ਪ੍ਰਕਾਰ ਨਾਲ ਹੈ। ਪਰ ਆਸਾ ਰਾਗ ਸ਼ਾਸਤਰੀ ਸੰਗੀਤ ਵਿੱਚ ਨਹੀਂ ਆਉਂਦਾ। ਆਸਾ ਰਾਗ ਗੁਰੂ ਨਾਨਕ ਸਾਹਿਬ ਦਾ ਆਪਣਾ ਅੰਦਰੋਂ ਪੈਦਾ ਹੋਇਆ ਰਾਗ ਹੈ। ਉਹ ਸਤਿਗੁਰੂ ਜੀ ਨੇ ਆਪ ਰਚਿਆ ਆਸਾ ਰਾਗ ਗੁਰੂ ਨਾਨਕ ਸਾਹਿਬ ਨੇ। ਤੋ ਆਸਾ ਰਾਗ ਜੋ ਸਤਿਗੁਰਾਂ ਦਾ ਆਪਣਾ ਰਚਿਆ ਹੋਇਆ ਰਾਗ ਹੈ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਜੀ ਦੇ ਸਨਮੁਖ ਖਲੋ ਕੇ ਕੀਰਤਨ ਕੀਤਾ। ਨਿਰੰਕਾਰ ਦੇ ਸਨਮੁਖ ਖਲੋ ਕੇ ਗੁਰਦੇਵ ਨੇ ਸ਼ਬਦ ਗਾਵਿਆ ਹੈ। ਜਿਹੜਾ ਸ਼ਬਦ ਰਾਗ ਆਸਾ ਵਿੱਚ ਗੁਰਦੇਵ ਨੇ ਗਾਵਿਆ ਹੈ ਸੁਣੋ ਜੀ। ਸ਼੍ਰੀ ਮੁਖ ਵਾਕ ਰਾਗ ਆਸਾ ਮਹੱਲਾ ਪਹਿਲਾ। ਘਰ ਪਹਿਲਾ ਸੋ ਦਰ। ਰਾਗ ਆਸਾ ਆਸਾ ਰਾਗ ਹੈ। ਮਹੱਲਾ ਪਹਿਲਾ। ਮਹੱਲਾ ਮਤਲਬ ਉਹ ਅਸਥਾਨ ਜਿੱਥੇ ਅਕਾਲ ਪੁਰਖ ਦੀ ਜੋਤ ਉਤਰੀ। ਮਹੱਲਾ ਕਹਿੰਦੇ ਆ ਅਸਥਾਨ ਨੂੰ, ਉਹ ਜਗ੍ਹਾ ਜਿੱਥੇ ਨਿਰੰਕਾਰ ਦੀ ਜੋਤ ਆਈ, ਪਹਿਲੇ ਸਥਾਨ ਤੇ ਆਈ ਤੇ ਹੋਇਆ ਮਹੱਲਾ ਪਹਿਲਾ। ਉਹੀ ਜੋਤ ਦੂਸਰੇ ਸਥਾਨ ਦੇ ਉੱਤੇ ਆ ਕੇ ਟਿਕੀ ਤੇ ਬਣਿਆ ਮਹੱਲਾ ਦੂਜਾ। ਤੀਸਰੇ ਸਥਾਨ ਤੇ ਆਈ ਤੇ ਬਣਿਆ ਮਹੱਲਾ ਤੀਜਾ। ਏਦਾਂ ਇਹ ਮਰਿਆਦਾ ਹੈ। ਮਹੱਲਾ ਮਤਲਬ ਅਰਬੀ ਦਾ ਸ਼ਬਦ ਆ ਹਲੂਲ ਕਰਨਾ, ਸਮਾ ਜਾਣਾ। ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਸਾਹਿਬ ਚ ਆਈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦੀਓ। ਏਦਾਂ ਜੋਤ ਜਦੋਂ ਅੱਗੇ ਚੱਲੀ, ਦੂਜਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਹੋਇਆ। ਨੌਵੇਂ ਪਾਤਸ਼ਾਹ ਵਿੱਚ ਜੋਤ ਆ ਕੇ ਟਿਕੀ ਤੇ ਮਹੱਲਾ ਨਾਵਾਂ। ਤੋ ਇੱਥੇ ਹੈ ਮਹੱਲਾ ਪਹਿਲਾ। ਆਮ ਕਰਕੇ ਕਈ ਵੀਰ ਮਹਿਲਾ ਸ਼ਬਦ ਉਚਾਰਦੇ ਹਨ। ਮਤਾ ਪਾਸ ਹੈ ਬਕਾਇਦਾ ਦਰਬਾਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ। ਮਹਿਲਾ ਨਹੀਂ ਉਚਾਰਨਾ, ਮਹੱਲਾ ਸ਼ਬਦ ਉਚਾਰਨ ਕਰਨਾ ਹੈ। ਤੋ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਇਹ ਸ਼ਬਦ ਉਚਾਰਦੇ ਨੇ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਸੋਦਰ ਬਾਣੀ ਦਾ ਨਾਮ ਹੈ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਜਿਤ ਬਹਿ ਸਰਬ ਸੰਭਾਲੇ। ਸੋ ਦਰ ਤੇਰਾ ਕੇਹਾ। ਹੇ ਅਕਾਲ ਪੁਰਖ ਜੀ, ਤੇਰਾ ਉਹ ਦਰ ਕਿਹੋ ਜਿਹਾ ਹੈ? ਯਾਨੀ ਕਿ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਲਾਂਕਿ ਖੜੇ ਉੱਥੇ ਹੀ ਨੇ, ਸਨਮੁਖ ਨੇ, ਉਸ ਵਾਹਿਗੁਰੂ ਦੇ ਦਰ ਦੇ ਸਾਹਮਣੇ ਹੀ ਖੜੇ। ਪਰ ਕਹਿੰਦੇ ਕਿਹੋ ਜਿਹਾ ਦੱਸੀਏ ਵੀ ਕੈਸਾ ਹੈ? ਕਿਉਂਕਿ ਕਿਸੇ ਚੀਜ਼ ਦੀ ਉਪਮਾ ਦੇਣੀ ਪੈਂਦੀ ਆ ਨਾ। ਆਪਾਂ ਕਹਿੰਦੇ ਆ ਵੀ ਫਲਾਣੇ ਦੀਆਂ ਅੱਖਾਂ ਇਉਂ ਨੇ ਜਿਵੇਂ ਹਿਰਣੀ ਦੇ ਬੱਚੇ ਦੀਆਂ ਹੁੰਦੀਆਂ। ਉਦਾਹਰਣ ਤਾਂ ਦਿੱਤੀ ਨਾ। ਜਾਂ ਇਉਂ ਆਖਿਆ ਵੀ ਫਲਾਣੇ ਦਾ ਚਿਹਰਾ ਇਉਂ ਹੈ ਜਿਵੇਂ ਚੰਦਰਮਾ ਹੋਵੇ। ਹੁਣ ਦੂਜਾ ਚੰਦਰਮਾ ਹੈ ਤਾਂ ਉਹਦੀ ਉਦਾਹਰਣ ਦੇ ਦਿੱਤੀ। ਅਕਾਲ ਪੁਰਖ ਜੀ, ਤੁਹਾਡਾ ਦਰ ਕਿਹੋ ਜਿਹਾ? ਕਿਹਦੇ ਵਰਗਾ ਕਹੀਏ ਕਿਹੋ ਜਿਹਾ? ਕੋਈ ਹੈ ਹੀ ਨਹੀਂ ਉਹੋ ਜਿਹਾ ਹੋਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਮਹਾਰਾਜ ਤੇਰਾ ਉਹ ਘਰ ਕਿਹੋ ਜਿਹਾ ਦੱਸੀਏ, ਕੈਸਾ ਹੈ?
ਜਿਤ ਬਹਿ ਸਰਬ ਸੰਭਾਲੇ। ਜਿੱਥੇ ਬਹਿ ਕੇ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦੀ ਸੰਭਾਲਣਾ ਕਰਦੇ ਹੋ, ਜਿਤਨੇ ਸੰਸਾਰ ਦੇ ਜੀ ਨੇ ਸਭ ਨੂੰ ਸੰਭਾਲਦੇ ਹੋ ਮਹਾਰਾਜ। ਕੱਲੇ ਕੱਲੇ ਜੀਵ ਜੰਤ ਦੀ ਪਾਲਣਾ ਕਰਦੇ ਹੋ ਮਹਾਰਾਜ। ਤੁਹਾਡੇ ਉਸ ਘਰ ਨੂੰ ਕਿਹੋ ਜਿਹਾ ਦਸੀਏ ਮਹਾਰਾਜ, ਤੁਹਾਡੇ ਉਸ ਦਰ ਨੂੰ ਕਿਹੋ ਜਿਹਾ ਕਹੀਏ ਮਹਾਰਾਜ ਜੀ। ਤੁਹਾਡੇ ਦਰ ਵਰਗਾ ਕੋਈ ਦਰ ਹੈ ਹੀ ਨਹੀਂ। ਤੇ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਆਪਣੇ ਮਾਲਕ ਦੇ ਦਰ ਦੇ ਉੱਤੇ ਆ ਕੇ ਖਲੋਤੇ, ਵੇਖਿਆ ਗੁਰੂ ਰਾਮਦਾਸ ਸਾਹਿਬ ਦਾ ਸੋਹਣਾ ਦਰਬਾਰ, ਆਖਿਆ ਇਹ ਵੀ ਸੱਚਖੰਡ ਹੈ। ਤੇ ਵੇਖ ਕੇ ਉਚਾਰਨ ਕਰਦੇ, ਡਿਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਮਹਾਰਾਜ ਬਹੁਤ ਥਾਵਾਂ ਵੇਖੀਆਂ, ਡਿਠੇ ਸਭੇ ਥਾਮ, ਸਾਰੀਆਂ ਥਾਵਾਂ ਵੇਖ ਲਈਆਂ ਮਹਾਰਾਜ। ਤੁਹਾਡੇ ਇਸ ਥਾਂ ਵਰਗੀ ਕੋਈ ਥਾਂ ਨਹੀਂ ਮਹਾਰਾਜ। ਕਿਹੋ ਜਿਹਾ ਦਸੀਏ ਤੁਹਾਡਾ ਦਰ ਕੈਸਾ ਹੈ, ਕਿਹੋ ਜਿਹਾ ਦਸੀਏ, ਦੱਸਿਆ ਹੀ ਨਹੀਂ ਜਾ ਸਕਦਾ। 3 ਵੇਰੀ ਸੋਦਰ ਆਉਂਦਾ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ, 1 ਵੇਰੀ ਜਪਜੀ ਸਾਹਿਬ ਵਿੱਚ, ਦੂਸਰੀ ਵੇਰੀ ਰਹਿਰਾਸ ਸਾਹਿਬ ਦੇ ਸ਼ਬਦਾਂ ਵਿੱਚ, ਤੀਸਰੀ ਵਾਰ ਆਸਾ ਰਾਗ ਵਿੱਚ। ਇਹ ਜਿਹੜਾ ਸੋਦਰ ਹੈ ਆਸਾ ਰਾਗ ਵਿੱਚ ਮਹਾਰਾਜ ਜੀ ਨੇ ਉਚਾਰਿਆ, ਅਕਾਲ ਪੁਰਖ ਜੀ ਦੇ ਸਨਮੁਖ ਉਚਾਰਨ ਕੀਤਾ ਹੈ। ਇਸ ਕਰਕੇ ਕਹਿੰਦੇ, ਹੇ ਪ੍ਰਭੂ ਤੇਰਾ ਘਰ ਕਿਹੋ ਜਿਹਾ ਦਸੀਏ, ਜਿੱਥੇ ਬਹਿ ਕੇ ਤੁਸੀਂ ਕੱਲੇ ਕੱਲੇ ਜੀਵ ਦੀ ਮਜਾਲ ਹੈ। ਕੇਂਦਰ ਹੈ, ਸੱਚਖੰਡ ਕੇਂਦਰ ਹੈ, ਜਿੱਥੋਂ ਸਾਰੇ ਜੀਵਾਂ ਦੀ ਪਾਲਣਾ ਹੋ ਰਹੀ ਹੈ। ਕੇਂਦਰ ਤਾਂ ਮੰਨਣਾ ਪਏਗਾ ਨਾ ਕੋਈ। ਵੈਸੇ ਤਾਂ ਅਕਾਲ ਪੁਰਖ ਜੀ ਦਾ ਇੱਕ ਧੁਰਾ ਨਹੀਂ ਵੀ ਜਿੱਥੇ ਇੱਕ ਜਗ੍ਹਾ ਤੇ ਟਿਕਿਆ ਹੋਵੇ, ਪਰ ਇੱਕ ਕੇਂਦਰ ਤਾਂ ਹੈ ਨਾ, ਜਿੱਥੋਂ ਸਾਰੇ ਪਾਸੇ ਚੱਲ ਰਿਹਾ ਸਭ ਕੁਝ। ਉਹ ਕੇਂਦਰ ਤਾਂ ਹੈ। ਉਹ ਕੇਂਦਰ, ਉਹ ਦਰ ਮਹਾਰਾਜ ਜੀ ਕਿਹੋ ਜਿਹਾ ਦਸੀਏ, ਜਿੱਥੇ ਤੁਸੀਂ ਕੱਲੇ ਕੱਲੇ ਜੀਵ ਦੀ ਪਾਲਣਾ ਕਰਦੇ ਹੋ। ਹਾਂਜੀ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਇਹ ਅਸੰਖਾ ਕਹਿੰਦੇ ਨੇ ਬੇਅੰਤ ਨੂੰ। ਹੇ ਬੇਅੰਤ ਰੱਬ ਜੀ, ਤੁਸੀਂ ਬੇਅੰਤ ਹੋ ਮਹਾਰਾਜ। ਅਸੰਖਾ, ਤੁਸੀਂ ਬੇਅੰਤ ਹੋ। ਹੇ ਬੇਅੰਤ ਸਾਹਿਬ ਜੀ, ਤੁਹਾਡੇ ਦਰਾਂ ਦੇ ਉੱਤੇ ਕਿਤਨੇ ਹੀ ਅਨੇਕਾਂ ਹੀ ਨਾਦ ਹੋ ਰਹੇ ਨੇ। ਵਾਜੇ ਤੇਰੇ ਨਾਦ ਅਨੇਕ, ਅਨੇਕਾਂ ਹੀ ਮਹਾਰਾਜ ਜੀ, ਅਨੇਕਾਂ ਹੀ ਨਾਦ। ਉਹਨਾਂ ਨਾਦਾਂ ਨੂੰ ਕੀਤੇ ਕਿਤਨੇ ਹੀ ਬਾਵਣ ਹਾਰੇ ਵਜਾਉਣ ਵਾਲੇ ਨੇ। ਕੀਤੇ ਤੇਰੇ ਬਾਵਣ ਹਾਰੇ, ਕਿਤਨੇ ਹੀ ਨੇ ਜਿਹੜੇ ਤੇਰੇ ਦਰਾਂ ਦੇ ਉੱਤੇ ਮਹਾਰਾਜ ਜੀ ਉਹਨਾਂ ਨਾਦਾਂ ਨੂੰ ਬਾਵਣ ਹਾਰੇ ਹੋ ਕੇ ਵਜਾ ਰਹੇ ਨੇ। ਕੀਤੇ ਤੇਰੇ ਰਾਗ ਪਰੀਸਿਓ ਕਹੀ ਹੈ। ਕਿਤਨੇ ਹੀ ਰਾਗ ਨੇ ਜਿਹੜੇ ਆਪਣੀਆਂ ਪਰੀਆਂ ਸਮੇਤ ਮਹਾਰਾਜ ਜੀ ਤੁਹਾਡੇ ਦਰਾਂ ਦੇ ਮੂਹਰੇ ਆ ਕੇ ਖਲੋਤੇ ਹਨ। ਕੀਤੇ ਤੇਰੇ ਗਾਵਣ ਹਾਰੇ। ਉਹ ਰਾਗ ਪਰੀਆਂ ਦੇ ਸਹਿਤ ਕਿਤਨੇ ਰਾਗ ਇੱਥੇ ਖੜੇ ਨੇ, ਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਗਾਵਣ ਹਾਰੇ ਵੀ ਕਿਤਨੇ ਹੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਗ ਪਰੀਆਂ ਕਿੰਨੀਆਂ ਖੜੀਆਂ ਨੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਮਹਾਰਾਜ ਜੀ ਕਿਤਨੇ ਹੀ ਰਾਗ ਪਰੀਆਂ ਜਿਹੜੇ ਤੁਹਾਡੇ ਦਰਾਂ ਤੇ ਆਣ ਕੇ ਖੜੇ ਨੇ, ਗਿਣਤੀ ਕੋਈ ਨਹੀਂ। ਫਿਰ ਉਹਨਾਂ ਰਾਗਾਂ ਨੂੰ ਗਾਉਣ ਵਾਲੇ, ਉਹਨਾਂ ਰਾਗਾਂ ਦੇ ਗਵਈਏ, ਉਹ ਵੀ ਕਿਤਨੇ ਹੀ ਨੇ। ਕੀਤੇ ਤੇਰੇ ਗਾਵਣ ਹਾਰੇ। ਇਹ ਸੋਦਰ ਆਪਾਂ ਰੋਜ਼ ਪੜ੍ਹਦੇ ਆ, ਇਹਦੇ ਅਰਥ ਧਿਆਨ ਨਾਲ ਸੁਣਿਓ। ਜਦੋਂ ਦੁਬਾਰਾ ਅੱਜ ਸ਼ਾਮ ਨੂੰ ਪੜ੍ਹੋਗੇ ਨਾ, ਅਰਥ ਸੁਣੇ ਹੋਣਗੇ ਤੇ ਰਸ ਜ਼ਿਆਦਾ ਆਵੇਗਾ, ਆਨੰਦ ਜ਼ਿਆਦਾ ਵਰਤੇਗਾ। ਜਿਹੜੇ ਸ਼ਬਦਾਂ ਦਾ ਅਰਥ ਪਤਾ ਹੋਵੇ, ਉਹਨਾਂ ਅਰਥਾਂ ਸਹਿਤ ਪੜ੍ਹੇ ਸ਼ਬਦਾਂ ਦਾ ਰਸ ਦੂਣਾ ਹੋ ਜਾਂਦਾ। ਐਸਾ ਨਹੀਂ ਹੈ ਕਿ ਕੋਈ ਸ਼ਬਦ ਪੜ੍ਹੋ ਤੁਸੀਂ, ਉਹਦੇ ਅਰਥਾਂ ਦਾ ਨਾ ਪਤਾ ਹੋਵੇ ਤੇ ਰਸ ਨਹੀਂ ਆਉਂਦਾ। ਰਸ ਫਿਰ ਵੀ ਆਉਣਾ ਜੇ ਅਰਥਾਂ ਦਾ ਨਹੀਂ ਪਤਾ, ਪਰ ਜਦੋਂ ਅਰਥ ਪਤਾ ਹੋਣ ਤੇ ਫਿਰ ਰਸ ਦੂਣਾ ਹੋ ਜਾਂਦਾ। ਇਸ ਕਰਕੇ ਗੁਰਬਾਣੀ ਦੇ ਸ਼ਬਦਾਂ ਦੀ ਕਥਾ ਸੁਣਨੀ ਚਾਹੀਏ। ਮਹਾਰਾਜ ਜੀ ਕਹਿੰਦੇ, ਕਿਤਨੇ ਹੀ ਨੇ ਗਾਵਣ ਹਾਰੇ, ਗਵਈਏ, ਗੰਧਰਵ, ਜਿਹੜੇ ਮਹਾਰਾਜ ਜੀ ਤੁਹਾਡੇ ਦਰਾਂ ਦੇ ਉੱਤੇ ਗਾਇਨ ਕਰਦੇ ਹਨ। ਗਾਵਨ ਤੁਧਨੋ ਪੌਣ ਪਾਣੀ ਬੈ ਸੰਤਰ। ਮਹਾਰਾਜ ਜੀ ਪੌਣ ਗਾ ਰਹੀ ਹੈ ਤੁਹਾਨੂੰ, ਇਹ ਹਵਾ ਚੱਲਦੀ ਤੁਹਾਨੂੰ ਗਾਉਂਦੀ ਹੈ। ਪੌਣ ਗਾ ਰਹੀ ਹੈ, ਪਾਣੀ, ਇਹ ਜਲ, ਇਹਦੇ ਵਿੱਚ ਜਿਹੜੀ ਇਹ ਚਿਰ ਚਿਰ ਦੀ ਆਵਾਜ਼ ਨਹੀਂ ਆਉਂਦੀ,
ਮਹਾਰਾਜ ਜੀ ਇਹ ਵੀ ਤੈਨੂੰ ਗਾ ਰਿਹਾ ਹੈ। ਫਿਰ ਬੈਸੰਤਰ ਅਗਨੀ ਅਗਨੀ ਬਲਦੀ ਤੇ ਚਿੜ ਚਿੜ ਦੀ ਆਵਾਜ਼ ਅਗਨੀ ਚੋਂ ਵੀ ਆਉਂਦੀ ਹੈ। ਹੇ ਅਕਾਲ ਪੁਰਖ ਜੀ, ਉਹ ਜਿਹੜੀ ਅਗਨੀ ਹੈ ਬੈਸੰਤਰ, ਉਹ ਵੀ ਤੁਹਾਨੂੰ ਗਾ ਰਹੀ ਹੈ। ਗਾਵੇ ਰਾਜਾ ਧਰਮ ਦੁਆਰੇ, ਔਰ ਜਿਹੜਾ ਧਰਮ ਰਾਜਾ ਉਹ ਵੀ ਆਪਣੇ ਦੁਆਰ ਤੁਹਾਡੇ ਤੇ ਬਹਿ ਕੇ ਤੁਹਾਨੂੰ ਗਾ ਰਿਹਾ ਹੈ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਮਹਾਰਾਜ ਜੀ ਆ ਜਿਹੜੇ ਚਿੱਤਰ ਗੁਪਤ ਨੇ ਇਹ ਵੀ ਤਾਂ ਤੁਹਾਨੂੰ ਗਾਉਂਦੇ ਆ, ਜਿਹੜੇ ਲਿਖਦੇ ਆ ਹਿਸਾਬ ਕਿਤਾਬ ਲੋਕਾਂ ਦਾ। ਆ ਚਿੱਤ ਤੇ ਗੁਪਤ, ਚਿੱਤਰ ਤੇ ਗੁਪਤ, ਇਹ ਸਾਡਾ ਸਾਰਿਆਂ ਦਾ ਹਿਸਾਬ ਕਿਤਾਬ ਲਿਖਦੇ ਆ। ਜੋ ਜੋ ਅਸੀਂ ਕਰਦੇ ਹਾਂ, ਜੋ ਜੋ ਅਸੀਂ ਸੋਚਦੇ ਹਾਂ, ਜੋ ਜੋ ਅਸੀਂ ਚਿਤਵਦੇ ਹਾਂ, ਸਭ ਲਿਖਦੇ ਆ। ਤੇ ਉਹ ਜਿਹੜੇ ਲਿਖਣ ਵਾਲੇ ਨੇ ਚਿੱਤਰ ਗੁਪਤ, ਉਹ ਵੀ ਤੁਹਾਨੂੰ ਗਾਉਂਦੇ ਹਨ। ਲਿਖ ਲਿਖ ਧਰਮ ਵਿਚਾਰੇ, ਇਹਨਾਂ ਦਾ ਲਿਖਿਆ ਹੋਇਆ ਕਿ ਧਰਮ ਰਾਜਾ ਵਿਚਾਰਦਾ। ਜਿਹੜਾ ਚਿੱਤਰ ਗੁਪਤ ਲਿਖ ਕੇ ਲੈ ਕੇ ਜਾਂਦੇ ਆ ਨਾ, ਤੇ ਧਰਮ ਰਾਜਾ ਫਿਰ ਉਹਨੂੰ ਵਿਚਾਰਦਾ ਵੀ ਇਹ ਕੀ ਲਿਆਏ ਨੇ ਲਿਖ ਕੇ, ਕਿਸ ਜੀਵ ਦਾ ਕਿਹੜਾ ਲੇਖਾ ਜੋਖਾ ਇਹ ਲਿਖ ਕੇ ਲਿਆਏ ਨੇ, ਕਿੰਨੇ ਕਿੰਨੇ ਪਾਪ ਕੀਤੇ ਆ, ਕਿੰਨੇ ਪੁੰਨ ਕੀਤੇ ਆ, ਕਿੰਨੇ ਚੰਗੇ ਕਰਮ ਕੀਤੇ ਆ, ਕਿੰਨੇ ਮਾੜੇ ਕੀਤੇ ਆ। ਉਹ ਲਿਖਿਆ ਹੋਇਆਂ ਨੂੰ, ਇਹਨਾਂ ਦੇ ਲਿਖਿਆ ਹੋਇਆਂ ਨੂੰ ਵਿਚਾਰਦਾ ਹੈ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ। ਇਹ ਅਕਾਲ ਪੁਰਖ ਜੀ ਤੁਹਾਨੂੰ ਈਸ਼ਰ ਗਾ ਰਿਹਾ, ਸ਼ਿਵ ਜੀ ਬ੍ਰਹਮਾ ਜੀ ਤੁਹਾਨੂੰ ਗਾ ਰਹੇ ਨੇ, ਸਮੇਤ ਦੇਵੀਆਂ ਸਰਸਵਤੀ ਆਦਿਕ ਉਮਾ रमा ਆਦਿਕ ਦੇਵੀਆਂ ਨੇ ਨਾ ਬ੍ਰਹਮਾ ਜੀ ਦੀਆਂ, ਉਹ ਦੇਵੀਆਂ ਵੀ ਮਹਾਰਾਜ ਜੀ ਤੁਹਾਨੂੰ ਗਾਉਂਦੀਆਂ। ਇਉਂ ਦੱਸਦੇ ਆ ਵੀ 9 ਕਰੋੜ ਦੇਵੀ ਹੈ, 33 ਕਰੋੜ ਦੇਵਤੇ ਹੈ, 9 ਕਰੋੜ ਦੇਵੀਆਂ ਨੇ। ਉਹ ਜਿਹੜੀਆਂ ਦੇਵੀਆਂ ਨੇ ਮਹਾਰਾਜ, ਉਹ ਵੀ ਤੁਹਾਨੂੰ ਗਾ ਰਹੀਆਂ ਹਨ। ਕੋਟ ਦੁਰਗਾ ਜਾਂ ਕੈ ਮਰਦਨ ਕਰੈ। ਹੇ ਅਕਾਲ ਪੁਰਖ ਜੀ, ਇੱਕ ਦੁਰਗਾ ਨਹੀਂ, ਕਰੋੜਾਂ ਹੀ ਦੁਰਗਾ ਅਕਾਲ ਪੁਰਖ ਜੀ ਤੁਹਾਡੇ ਚਰਨਾਂ ਨੂੰ ਝਸਦੀਆਂ ਹਨ, ਤੁਹਾਡੇ ਚਰਨਾਂ ਨੂੰ ਆਰਾਧਦੀਆਂ ਹਨ। ਬੇਅੰਤ ਸਵਰੂਪ ਅਕਾਲ ਪੁਰਖ ਜੀ, ਉਹ ਆਪ ਜੀ ਦਾ ਵਿਰਾਟ ਸਵਰੂਪ ਹੈ। ਤੋ ਦੇਵੀਆਂ ਵੀ ਤੁਹਾਨੂੰ ਗਾ ਰਹੀਆਂ ਹਨ। ਸੋਹਣ ਤੇਰੇ ਸਦਾ ਸਵਾਰੇ। ਇਹ ਜਿਹੜੇ ਦੇਵੀ ਦੇਵਤੇ ਨੇ ਮਹਾਰਾਜ ਤੁਹਾਡੇ ਦਰ ਤੇ ਤੁਹਾਨੂੰ ਗਾਉਂਦੇ ਸੋਭਦੇ ਐ, ਇਹ ਤੁਹਾਡੇ ਸਵਾਰੇ ਹੋਏ ਨੇ। ਸਵਾਰੇ ਦਾ ਮਤਲਬ ਹੁੰਦਾ ਵੀ ਬਣਾਏ ਹੋਏ। ਇਹ ਸਭ ਤੁਹਾਡੇ ਬਣਾਏ ਹੋਏ ਤੁਹਾਨੂੰ ਗਾਉਂਦੇ ਐ। ਇਹ ਨਹੀਂ ਵੀ ਆਪਣੇ ਆਪ ਬਣ ਗਏ ਐ ਜਾਂ ਇਹਨਾਂ ਨੂੰ ਕਿਸੇ ਹੋਰ ਬਣਾਇਆ। ਇਹ ਅਕਾਲ ਪੁਰਖ ਜੀ, ਇਹ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਉਮਾ रमा ਆਦਿਕ ਸਰਸਵਤੀ ਆਦਿਕ ਜਿੰਨੀਆਂ ਦੇਵੀਆਂ ਨੇ ਅਕਾਲ ਪੁਰਖ ਜੀ, ਇਹ ਤੁਹਾਡੇ ਬਣਾਏ ਹੋਏ ਨੇ ਸਾਰੇ। ਤੇ ਤੁਹਾਡੇ ਬਣਾਏ ਹੋਏ ਹੀ ਤੁਹਾਨੂੰ ਗਾ ਰਹੇ ਨੇ, ਤੁਹਾਡੀ ਸਿਫਤ ਕਰ ਰਹੇ ਹਨ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਆਦਰ ਨਾਲੇ। ਏ ਪ੍ਰਭੂ ਜੀ, ਇੰਦਰ ਆਪਣੇ ਇੰਦਰਾਸਣ ਤਖਤ ਦੇ ਉੱਤੇ ਬਹਿ ਕੇ, ਇੰਦਰਾਸਣ ਕਹਿੰਦੇ ਨੇ ਤਖਤ ਨੂੰ ਜਿੱਥੇ ਉਹ ਬੈਠਦਾ ਹੈ, ਆਪਣੇ ਆਸਣ ਉੱਤੇ ਬਹਿ ਕੇ ਇੰਦਰ ਆਪਣੇ ਸਮੁੱਚੇ ਦੇਵਤਿਆਂ ਦੀ ਟੋਲੀ ਸਮੇਤ, ਜਿੰਨੇ ਉਹਦੇ ਨਾਲ ਉਹਦੇ ਦੇਵਤੇ ਹੈ, ਕਿਉਂਕਿ ਰਾਜਾ ਹੈ ਨਾ ਦੇਵਤਿਆਂ ਦਾ, ਉਹ ਆਪਣੇ ਨਾਲ ਦੇ ਸਾਰੇ ਦੇਵਤਿਆਂ ਦੇ ਸਹਿਤ ਤੁਹਾਡੀ ਸਿਫਤ ਨੂੰ ਗਾਇਨ ਕਰ ਰਹੇ ਨੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਇਹ ਆਪਣੇ ਸਾਰੇ ਨਾਲ ਬੈਠੇ ਦੇਵਤਿਆਂ ਸਮੇਤ ਇੰਦਰ ਇੰਦਰਾਸਣ ਤੇ ਬੈਠਾ ਮਹਾਰਾਜ ਜੀ ਤੁਹਾਨੂੰ ਗਾ ਰਿਹਾ ਹੈ, ਤੁਹਾਡੀ ਸਿਫਤ ਕਰ ਰਿਹਾ ਹੈ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਹੇ ਪ੍ਰਭੂ, ਜਿਹੜੇ ਸਿੱਧ ਨੇ 84, ਇਹ ਆਪਣੀ ਸਮਾਧੀ ਵਿੱਚ ਬੈਠੇ ਤੁਹਾਨੂੰ ਗਾ ਰਹੇ। ਸਿੱਧ ਆਪਣੀ ਸਮਾਧੀ ਦੇ ਵਿੱਚ ਬੈਠੇ ਤੁਹਾਨੂੰ ਗਾ ਰਹੇ ਨੇ। ਕੋਈ ਪੁੱਛੇ, ਸਮਾਧੀ ਵਿੱਚ ਤਾਂ ਗਾਇਆ ਹੀ ਨਹੀਂ ਜਾ ਸਕੇਗਾ, ਕਿਉਂਕਿ ਸਮਾਧੀ ਵਿੱਚ ਤਾਂ ਮਨ ਰਹਿੰਦਾ ਹੀ ਨਹੀਂ, ਮਨ ਵਿਲੈ ਹੋ ਜਾਂਦਾ। ਜਦੋਂ ਮਨ ਹੀ ਵਿਲੈ ਹੋ ਗਿਆ ਤੇ ਗਾਵਾਂਗੇ ਕਿਵੇਂ ਸਮਾਧੀ 'ਚ? ਗੂੜੀ ਨੀਂਦ 'ਚ ਪਏ ਅਸੀਂ ਗਾ ਸਕਦੇ ਹਾਂ ਭਲਾ? ਸਮਾਧੀ ਦੀ ਅਵਸਥਾ ਕੁਝ ਉਹੋ ਜਿਹੀ ਹੈ, ਦੱਸਦੇ ਮਹਾਂਪੁਰਸ਼। ਕਿਵੇਂ ਗਾਇਆ ਜਾਏਗਾ? ਜਿਹੜੀ ਸਾਵਿਕਲਪ ਸਮਾਧੀ ਆ ਉਹਦੇ 'ਚ ਗਾਇਆ ਜਾਂਦਾ ਹੈ, ਜਿਹੜੀ ਨਿਰਵਿਕਲਪ ਸਮਾਧੀ ਆ ਉਹਦੇ 'ਚ ਨਹੀਂ ਗਾ ਹੁੰਦਾ। ਉੱਥੇ ਧਿਆਨ ਧਿਆਤਾ ਤੇ ਦੀ ਤ੍ਰਿਪਟੀ ਸਮਾਪਤ ਹੋ ਜਾਂਦੀ ਹੈ, ਇਸ ਕਰਕੇ ਨਹੀਂ ਗਾਇਆ ਜਾਂਦਾ। ਪਰ ਜਿਹੜੀ ਸਾਵਿਕਲਪ ਸਮਾਧੀ ਆ ਉਹਦੇ 'ਚ ਧਿਆਨ ਧਿਆਤਾ ਤੇ ਤ੍ਰਿਪਟੀ ਤਿੰਨਾਂ ਦੀ ਬਣੀ ਰਹਿੰਦੀ, ਉਹਦੇ ਵਿੱਚ ਗਾਵਿਆ ਜਾਂਦਾ ਹੈ।
ਇੱਥੇ ਮਹਾਰਾਜ ਜੀ ਸਾਹ ਵਿਕਲਪ ਸਮਾਧੀ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ। ਇਸ ਕਰਕੇ ਕਹਿੰਦੇ ਮਹਾਰਾਜ ਸਿੱਧ ਸਮਾਧੀ ਅੰਦਰ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਸਮਾਧੀਆਂ ਦੇ ਵਿੱਚ ਬੈਠੇ ਸਿੱਧ ਅਕਾਲ ਪੁਰਖ ਜੀ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਸਾਧ ਵਿਚਾਰੇ। ਬੜੇ ਬੜੇ ਸਾਧ, ਸਾਧ ਕਿਹਨੂੰ ਕਹਿੰਦੇ ਆ? ਸਾਧ ਗੁਰੂ ਖਾਲਸਾ ਜੀ ਉਹਨੂੰ ਕਹਿੰਦੇ ਆ ਜਿਹਨੇ ਸਰੀਰ ਸਾਧ ਲਿਆ, ਆਪਣਾ ਇੰਦਰੀਆਂ ਸਾਧ ਲਈਆਂ ਨੇ। ਜਿਹੜਾ ਆਪਣੀਆਂ ਇੰਦਰੀਆਂ ਤੇ ਸਰੀਰ ਨੂੰ ਸਾਧ ਲਵੇ ਉਹਨੂੰ ਸਾਧ ਕਹਿੰਦੇ ਆ। ਜਿਹਦੀਆਂ ਇੰਦਰੀਆਂ ਭੁੱਖਿਆਂ ਬਾਜਾਂ ਵਾਂਗੂ ਬਾਹਰ ਦੌੜੀਆਂ ਫਿਰਨ, ਅੱਖਾਂ, ਕੰਨ, ਨਾਸਕਾ, ਹੱਥ, ਪੈਰ ਆਦਿਕ, ਉਹ ਸਾਧ ਨਹੀਂ ਹੈ। ਸਾਧ ਉਹ ਹੈ ਜਿਹੜਾ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ ਲਵੇ, ਆਪਣੇ ਸਰੀਰ ਤੇ ਕੰਟਰੋਲ ਕਰ ਲਵੇ, ਤਨ ਦੀ ਸਾਧਨਾ ਕਰਕੇ ਤਨ ਨੂੰ ਕਾਬੂ ਚ ਕਰ ਲਵੇ ਸਮੇਤ ਮਨ ਦੇ, ਉਹਨੂੰ ਸਾਧ ਕਹਿੰਦੇ ਹੈ। ਇਹ ਅਕਾਲ ਪੁਰਖ ਐਸੇ ਜਿਹੜੇ ਸਾਧ ਨੇ ਉਹ ਵੀ ਵਿਚਾਰਵਾਨ ਹੋ ਕੇ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਜਿਤਨੇ ਜਤੀ ਨੇ ਉਹ ਜਤੀ ਵੀ ਮਹਾਰਾਜ ਜੀ ਤੁਹਾਨੂੰ ਗਾ ਰਹੇ ਨੇ। ਗੋਰਖਨਾਥ ਵਰਗੇ, ਲਛਮਣ ਵਰਗੇ, ਇਹ ਜਤੀ ਕਹੇ ਹਨ। ਹਨੂਮਾਨ ਨੂੰ ਜਤੀ ਕਿਹਾ। ਇਹ ਜਿਹੜੇ ਜਤੀ ਨੇ ਸਾਰੇ ਜਤੀ ਵੀ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧਨੋ ਜਤੀ ਸਤੀ, ਜਿਹੜੇ ਸੱਤ ਤੇ ਚੱਲਣ ਵਾਲੇ ਸਤੀ ਨੇ ਉਹ ਕਿਤਨੇ ਸਤੀ, ਉਹ ਵੀ ਤੁਹਾਨੂੰ ਗਾ ਰਹੇ ਨੇ। ਸੰਤੋਖੀ, ਜਿਹੜੇ ਸੰਤੋਖ ਦੇ ਸਹਿਤ ਹੋ ਗਏ ਨੇ, ਸਬਰ ਦੇ ਸਹਿਤ ਹੋ ਗਏ ਨੇ, ਉਹ ਸੰਤੋਖ ਦੇ ਸਹਿਤ ਹੋਇਆਂ ਨੂੰ ਕਹਿੰਦੇ ਨੇ ਸੰਤੋਖੀ। ਇੱਕ ਹੁੰਦਾ ਸੰਤੋਖ, ਜਿਹਨੇ ਸੰਤੋਖ ਧਾਰਨ ਕਰ ਲਿਆ ਉਹਨੂੰ ਕਹਿੰਦੇ ਆ ਸੰਤੋਖੀ। ਸੰਤੋਖ ਦਾ ਗੁਣ ਹੋ ਗਿਆ ਨਾ, ਜਿਹਨੇ ਉਸ ਗੁਣ ਨੂੰ ਹਿਰਦੇ 'ਚ ਵਸਾ ਲਿਆ ਉਹ ਹੋ ਗਿਆ ਸੰਤੋਖੀ। ਮਹਾਰਾਜ ਜੀ ਕਿਤਨੇ ਹੀ ਸੰਤੋਖੀ ਨੇ ਜਿਹੜੇ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਵੀਰ ਕਰਾਰੇ। ਕਰਾਰੇ ਵੀਰ, ਕਰਾਰੇ ਵੀਰ ਕਹਿੰਦੇ ਆ ਬੜੇ ਬੜੇ ਯੋਧੇ ਜਿਹੜੇ ਕਹੇ ਜਾਂਦੇ ਆ, 52 ਵੀਰ ਆਦਿਕ ਕਰਾਰੇ, ਕਰੜੇ ਵੀਰ ਯੋਧੇ, ਬੜੇ ਬੜੇ ਸੂਰਮੇ, ਉਹ ਵੀ ਮਹਾਰਾਜ ਜੀ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਪੰਡਿਤ ਪੜੇ ਰਖੀਸੁਰ। ਕਹਿੰਦੇ ਬੜੇ ਬੜੇ ਰਖੀਸ਼ਵਰ ਪੰਡਤ ਜਿਹੜੇ ਪੜ੍ਹੇ ਲਿਖੇ ਹੋਏ ਨੇ ਉਹ ਵੀ ਤੁਹਾਨੂੰ। ਇਹ ਸੋਦਰ ਦੇ ਵਿੱਚ ਨਾ ਪਾਠ ਦਾ ਥੋੜਾ ਥੋੜਾ ਤਿੰਨਾਂ ਵਿੱਚ ਭੇਦ ਆਉਂਦਾ ਹੈ। ਜਪਜੀ ਸਾਹਿਬ ਵਾਲਾ ਸੋਦਰ ਤੇ ਰਹਿਰਾਸ ਸਾਹਿਬ ਵਿੱਚ ਵੀ ਫਰਕ ਹੈ, ਇਸੇ ਤਰ੍ਹਾਂ ਇਹਦੇ ਵਿੱਚ ਵੀ ਥੋੜਾ ਥੋੜਾ ਭੇਦ ਆਉਂਦਾ, ਫਰਕ ਆਉਂਦਾ ਉਚਾਰਨ ਵਿੱਚ, ਲਿਖਣ ਮਾਤਰ ਵਿੱਚ ਵੀ। ਤੋ ਬੜੇ ਬੜੇ ਪੰਡਤ ਲੋਕ ਨੇ ਜਿਹੜੇ ਮਹਾਰਾਜ ਜੀ ਪੜ੍ਹੇ ਹੋਏ ਤੁਹਾਨੂੰ ਗਾਉਂਦੇ ਆ। ਗਾਵਨ ਤੁਧਨੋ ਪੰਡਤ ਪੜ੍ਹੇ ਰਖੀਸੁਰ, ਜਿਹੜੇ ਰਖੀਸ਼ਵਰ ਨੇ, ਰਿਸ਼ੀ ਨੇ, ਉਹ ਵੀ ਮਹਾਰਾਜ ਜੀ ਤੁਹਾਨੂੰ ਗਾਉਂਦੇ ਹਨ। ਜੁਗ ਜੁਗ ਬੇਦਾ ਨਾਲੇ। ਜੁਗਾਂ ਜੁਗਾਂ ਦੇ ਜਿਹੜੇ ਵੇਦ ਨੇ ਉਹਨਾਂ ਦੇ ਸਮੇਤ ਹੋ ਕੇ ਉਹ ਪੰਡਤ ਤੁਹਾਨੂੰ ਗਾਉਂਦੇ ਹਨ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਜਿਹੜੀਆਂ ਮੋਹਣੀਆਂ ਇਹ ਸੰਸਾਰ ਦੇ ਵਿੱਚ ਜਿੰਨੀਆਂ ਵੀ ਜੀਵ ਰੂਪੀ ਇਸਤਰੀਆਂ ਹਨ ਮਹਾਰਾਜ, ਉਹ ਮੋਹਣੀਆਂ ਵੀ ਤੈਨੂੰ ਗਾ ਰਹੀਆਂ ਹਨ। ਸੁਰਗ ਮੱਛ ਪਿਆਲੇ। ਸੁਰਗ ਲੋਕ ਦੇ ਵਿੱਚ, ਪਤਾਲ ਲੋਕ ਵਿੱਚ ਤੇ ਮਾਤ ਲੋਕ ਵਿੱਚ, ਤਿੰਨਾਂ ਲੋਕਾਂ ਦੇ ਜਿਹੜੇ ਮੋਹਣੀਆਂ ਇਸਤਰੀਆਂ ਹਨ, ਹੇ ਪ੍ਰਭੂ ਉਹ ਵੀ ਤੈਨੂੰ ਗਾ ਰਹੀਆਂ ਹਨ। ਤੂੰ ਮੋਹਣ ਹੈ, ਸਭ ਨੂੰ ਮੋਹ ਲੈਣ ਵਾਲਾ ਹੈ। ਗਾਵਨ ਤੁਧਨੋ ਰਤਨ ਉਪਾਏ ਤੇਰੇ। ਇਹ ਪ੍ਰਭੂ ਇਹ ਜਿਤਨੇ ਵੀ ਪੈਦਾ ਕੀਤੇ ਹੋਏ ਰਤਨ ਹਨ ਇਹ ਵੀ ਤੈਨੂੰ ਗਾਉਂਦੇ ਐ। ਜੇਤੇ 68 ਤੀਰਥ ਨਾਲੇ। ਇਹ ਪ੍ਰਭੂ ਇਹ ਜਿਤਨੇ ਵੀ ਗਾਵਨ ਤੁਧਨੋ ਰਤਨ ਉਪਾਏ ਤੇਰੇ, ਜੇਤੇ 68 ਤੀਰਥ ਨਾਲੇ, 68 ਤੀਰਥਾਂ ਦੇ ਸਮੇਤ ਜਿਤਨੇ ਨਾਲੇ ਨੇ, ਜਿਹੜੇ ਆ ਨਦੀਆਂ ਦੇ ਨਾੜੇ ਜਿਨ੍ਹਾਂ ਨੂੰ ਆਪਾਂ ਨਾਲੇ ਕਹਿ ਦਿੰਦੇ ਆ, ਬਰਸਾਤੀ ਨਾਲੇ, 68 ਤੀਰਥਾਂ ਦੇ ਸਮੇਤ ਜਿੰਨੇ ਨਾਲੇ ਤੇ ਉਹਨਾਂ ਦੇ ਜਿਹੜੇ ਅਧਿਦੇਵ ਨੇ, ਕਿਉਂਕਿ ਇਹਨਾਂ ਦੇ ਵਿੱਚ ਵੀ ਇਹਨਾਂ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਨੇ। ਜਿਹੜੇ ਆ ਨਾਲੇ ਵਗਦੇ ਐ, ਨਦੀਆਂ ਵਗਦੀਆਂ ਨੇ, ਦਰਿਆ ਵਗਦੇ ਐ, ਇਹਨਾਂ ਨੂੰ ਵੀ ਕੋਈ ਸ਼ਕਤੀ ਚਲਾ ਰਹੀ, ਆਪਣੇ ਆਪ ਤਾਂ ਨਹੀਂ ਚੱਲਦੇ। ਜਿਵੇਂ ਮਨੁੱਖ ਨੂੰ ਸ਼ਕਤੀ ਚਲਾਉਂਦੀ ਆ ਨਾ ਚੇਤਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਆ ਸਰੀਰ ਜਦੋਂ ਇਹਦੇ ਚ ਚੇਤਨਾ ਨਿਕਲ ਜੇ ਫਿਰ ਤਾਂ ਨਹੀਂ ਚੱਲਦੇ, ਮੁਰਦਾ ਤਾਂ ਨਹੀਂ ਟੁਰਦਾ ਫਿਰਦਾ, ਕੋਈ ਚੇਤਨਾ ਚਲਾ ਰਹੀ ਹੈ ਨਾ ਇਹਨੂੰ।
ਏਦਾਂ ਇਹ ਜਿਹੜੀਆਂ ਨਦੀਆਂ ਚੱਲਦੀਆਂ, ਦਰਿਆ ਚੱਲਦੇ ਆ, ਨਾਲੇ ਚੱਲਦੇ ਆ, ਇਹਨਾਂ ਨੂੰ ਵੀ ਕੋਈ ਸ਼ਕਤੀ ਚਲਾ ਰਹੀ ਹੈ ਨਾ। ਜਿਹੜੀ ਸ਼ਕਤੀ ਇਹਨਾਂ ਨੂੰ ਚਲਾ ਰਹੀ ਹੈ ਉਹਨੂੰ ਕਹਿੰਦੇ ਆ ਅਧਿਦੇਵ, ਇਹਨਾਂ ਦੇ ਅਧਿਦੇਵ। ਹੇ ਪ੍ਰਭੂ, ਜਿਹੜੇ ਇਹਨਾਂ ਨਾਲਿਆਂ ਦੇ 68 ਤੀਰਥਾਂ ਦੇ ਅਧਿਦੇਵ ਨੇ, ਹੇ ਅਕਾਲ ਪੁਰਖ, ਉਹ ਵੀ ਤੈਨੂੰ ਗਾ ਰਹੇ ਨੇ, ਉਹ ਵੀ ਤੇਰੀ ਸਿਫਤ ਨੂੰ ਗਾ ਰਹੇ ਹਨ। ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਵੱਡੇ ਵੱਡੇ ਯੋਧੇ, ਮਹਾਬਲੀ, ਸੂਰਮੇ, 3 ਕੈਟਾਗਰੀਆਂ ਨੇ। ਇੱਕ ਯੋਧਾ ਹੈ, ਦੂਜਾ ਮਹਾਬਲੀ ਹੈ, ਸੂਰਮਾ ਹੈ। ਤੋ ਯੋਧਾ ਅਤੀ ਸੂਰਮਾ, ਅਤਰਥੀ ਸੂਰਮਾ, ਮਹਾਰਥੀ ਸੂਰਮਾ, ਏਦਾਂ 3 ਪ੍ਰਕਾਰ ਦੇ ਸੂਰਮੇ, ਇਹ ਵੀ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋ ਖਾਣੀ ਚਾਰੇ। ਚਾਰੇ ਖਾਣੀਆਂ, ਅੰਡਜ ਜੇਰਗ ਸੇਤ ਜੋਤ ਭੋਜ, ਇਹ ਚਾਰੇ ਦੀਆਂ ਚਾਰੇ ਖਾਣੀਆਂ ਵੀ ਮਹਾਰਾਜ ਜੀ ਤੁਹਾਨੂੰ ਗਾ ਰਹੀਆਂ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਇਹ ਖੰਡ, ਇਹ ਬ੍ਰਹਮੰਡ ਸਾਰੇ ਮਹਾਰਾਜ ਜੀ ਤੁਹਾਨੂੰ ਗਾ ਰਹੇ ਹਨ। ਕਰ ਕਰ ਰੱਖੇ ਤੇਰੇ ਧਾਰੇ। ਇਹ ਪ੍ਰਭੂ, ਇਹ ਤੇਰੇ ਕੀਤੇ ਹੋਏ ਨੇ ਸਾਰੇ, ਔਰ ਕਰਕੇ ਤੂੰ ਰੱਖੇ ਹੋਏ ਨੇ ਆਪਣੀ ਆਸ਼ਰ ਧਾਰੇ, ਕਹਿੰਦੇ ਆਪਣੀ ਚੇਤਨਾ ਨਾਲ, ਆਪਣੀ ਸੱਤਾ ਨਾਲ ਇਹਨਾਂ ਸਾਰਿਆਂ ਨੂੰ ਤੈਂ ਧਾਰਨ ਕੀਤਾ ਹੋਇਆ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ। ਮਹਾਰਾਜ ਜੀ ਤੁਹਾਨੂੰ ਉਹੀ ਗਾਉਂਦੇ ਐ ਜਿਹੜੇ ਤੁਹਾਨੂੰ ਭਾ ਜਾਂਦੇ ਐ, ਜਾਂ ਏਦਾਂ ਕਹਿ ਲਈਏ ਗਾਉਣ ਨੂੰ ਤਾਂ ਸਾਰੇ ਗਾਉਂਦੇ ਐ, ਪਰ ਮਹਾਰਾਜ ਗਾਇਆ ਸਫਲ ਉਹਨਾਂ ਦਾ ਹੁੰਦਾ ਜਿਹੜੇ ਤੈਨੂੰ ਭਾ ਜਾਂਦੇ ਹਨ। ਗਾਉਂਦੇ ਤਾਂ ਸਾਰੇ ਹੀ ਐ, ਇਹ ਜਿੰਨੇ ਵੀ ਨੇ ਗਾ ਰਹੇ ਨੇ ਉੱਪਰ, ਪਰ ਗਾਉਣਾ ਸਫਲ ਉਹਨਾਂ ਦਾ ਹੈ ਮਹਾਰਾਜ ਜਿਨ੍ਹਾਂ ਦਾ ਗਾਉਣਾ ਤੁਹਾਨੂੰ ਭਾ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਗਾਉਣਾ ਸਫਲ ਹੈ ਮਹਾਰਾਜ ਜਿਹੜੇ ਤੁਹਾਨੂੰ ਭਾਉਂਦੇ ਹਨ। ਰੱਤੇ ਤੇਰੇ ਭਗਤ ਰਸਾਲੇ। ਮਹਾਰਾਜ ਜੀ ਜਿਹੜੇ ਤੇਰੇ ਭਗਤ ਹੈ ਉਹ ਤੇਰੇ ਰਸ ਦੇ ਵਿੱਚ ਰੱਤੇ ਹੋਏ ਨੇ, ਪ੍ਰੇਮ ਦੇ ਰੰਗ ਵਿੱਚ। ਰਸਾਲੇ, ਰਸਾਂ ਦਾ ਘਰ ਬਣ ਗਏ ਆ ਉਹ, ਉਹਨਾਂ 'ਚ ਰਸ ਹੀ ਰਸ ਹੁੰਦਾ ਪਰਮੇਸ਼ਰ ਜੀ ਤੁਹਾਡੀ ਭਗਤੀ ਦਾ, ਔਰ ਤੁਹਾਡੇ ਪ੍ਰੇਮ ਦੇ ਰਸ ਦੇ ਨਾਲ ਉਹ ਰਸੇ ਹੋਏ ਹਨ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਮੈਂ ਵਿਚਾਰ ਕਰਕੇ ਦੱਸਦਾ, ਹੋਰ ਕਿੰਨੇ ਨੇ ਜਿਹੜੇ ਤੈਨੂੰ ਗਾ ਰਹੇ ਆ ਮਹਾਰਾਜ, ਉਹ ਮੇਰੇ ਚੇਤੇ ਵੀ ਨਹੀਂ ਆਉਂਦੇ। ਜਿੰਨੇ ਕਾਏ ਤੁਹਾਨੂੰ ਦੱਸ ਦਿੱਤੇ ਆ ਵੀ ਇਹ ਗਾ ਰਹੇ ਨੇ ਸਾਰੇ ਮਹਾਰਾਜ ਤੁਹਾਨੂੰ, ਪਰ ਹੋਰ ਕਿੰਨੇ ਨੇ ਜਿਹੜੇ ਗਾ ਰਹੇ ਨੇ ਉਹ ਮੇਰੇ ਚੇਤੇ ਨਹੀਂ ਆਉਂਦੇ, ਉਹ ਮੇਰੇ ਚਿੱਤ ਵਿੱਚ ਨਹੀਂ ਆਉਂਦੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਉਹ ਸਾਹਿਬ ਪਹਿਲਾਂ ਵੀ ਸੀ, ਸੋਈ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੈ। ਉਹਦਾ ਨਾਮ ਵੀ ਸੱਚ ਹੈ, ਆਪ ਵੀ ਸੱਚਾ ਹੈ, ਔਰ ਉਹਦਾ ਨਾਮ ਵੀ ਸੱਚ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਸੀ ਹੋਵੇਗਾ। ਇਹ ਜਿਤਨੀ ਰਚਨਾ ਹੈ, ਇਹ ਸਾਰੀ ਰਚਨਾ ਉਸ ਪਰਮੇਸ਼ਰ ਦੀ ਰਚੀ ਹੋਈ ਹੈ, ਉਹ ਕਿਤੇ ਜਾਂਦਾ ਨਹੀਂ। ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਰਹੇਗਾ। ਜਾਏ ਨਾ ਜਾਸੀ, ਉਹ ਨਾ ਜਾਂਦਾ ਤੇ ਨਾ ਹੀ ਕਿਤੇ ਜਾਵੇਗਾ। ਇਹ ਸਾਰੀ ਰਚਨਾ ਉਸੇ ਦੀ ਰਚੀ ਹੋਈ ਹੈ, ਜਿਤਨੀ ਰਚਨਾ ਨਜ਼ਰ ਆਉਂਦੀ ਹੈ। ਰੰਗੀ ਰੰਗੀ ਪਾਤੀ ਜਿਨਸੀ, ਮਾਇਆ ਜਿਨ ਉਪਾਈ। ਆ ਜਿਹੜੀ ਰੰਗ ਰੰਗ ਦੀ ਪ੍ਰਕਿਰਿਆ ਬਣਾਈ ਪਰਮੇਸ਼ਰ ਨੇ, ਜਿੰਨੇ ਮਨੁੱਖ ਨੇ ਸਭ ਦੇ ਰੰਗ ਵੱਖੋ ਵੱਖਰੇ, ਜਿੰਨੇ ਦਰਖਤ ਨੇ ਸਭ ਦੇ ਰੰਗ ਵੱਖੋ ਵੱਖਰੇ, ਜਿੰਨੀਆਂ ਨਦੀਆਂ ਨੇ ਸਭ ਨਦੀਆਂ ਦੇ ਰੰਗ ਵੱਖੋ ਵੱਖਰੇ, ਜਿੰਨੇ ਸਮੁੰਦਰ ਨੇ ਸਾਰਿਆਂ ਸਮੁੰਦਰਾਂ ਦੇ ਰੰਗ ਵੱਖੋ ਵੱਖਰੇ, ਜਿੰਨੀਆਂ ਧਰਤੀਆਂ ਨੇ ਧਰਤੀਆਂ ਦੇ ਰੰਗ ਵੱਖੋ ਵੱਖਰੇ। ਵੇਖੋ ਪਰਮੇਸ਼ਰ ਨੇ ਇਹ ਰੰਗ ਰੰਗ ਦੀ ਰਚਨਾ ਰਚੀ ਹੈ। ਸਾਰਿਆਂ ਦੇ ਰੰਗ ਰੂਪ ਵੱਖੋ ਵੱਖਰੇ ਨਹੀਂ ਬਣਾਏ ਪਰਮੇਸ਼ਰ ਨੇ। ਇੱਕ ਦਰਖਤ ਵਰਗਾ ਦੂਜਾ ਦਰਖਤ ਨਹੀਂ ਬਣਾਇਆ ਅਕਾਲ ਪੁਰਖ ਨੇ। ਇੱਕੋ ਦਰਖਤ ਵਰਗਾ ਹਾਲਾਂਕਿ ਇੱਕ ਜਾਤੀ ਦੇ ਦਰਖਤ ਤਾਂ ਹੈਣ, ਪਰ ਇੱਕ ਵਰਗਾ ਦੂਜਾ ਤਾਂ ਨਹੀਂ ਵੀ ਸੇਮ ਉਹੋ ਜਿਹਾ ਹੋਵੇ। ਉਹਨੂੰ ਲੱਗੇ ਫਲ ਵੀ ਇੱਕ ਦੂਜੇ ਨਾਲ ਨਹੀਂ ਮਿਲਦੇ ਹਨ, ਉਹ ਵੀ ਵੱਖਰੇ ਹਨ। ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਭੇਦ ਰੰਗ ਪਰਮੇਸ਼ਰ ਨੇ ਵਰਤਾਇਆ ਹੋਇਆ।
ਤੋ ਅਕਾਲ ਪੁਰਖ ਵਾਹਿਗੁਰੂ ਦੀ ਅਦਭੁਤ ਰਚਨਾ ਹੈ। ਜਿੰਨੀਆਂ ਜਿਨਸਾਂ ਪੈਦਾ ਕੀਤੀਆਂ ਇਹ ਵੀ ਉਸ ਅਕਾਲ ਪੁਰਖ ਪਰਮੇਸ਼ਰ ਦੀਆਂ ਪੈਦਾ ਕੀਤੀਆਂ ਹੋਈਆਂ। ਇਹ ਜਿੰਨੀ ਮਾਇਆ ਸਾਰੇ ਸੰਸਾਰ ਦੇ ਵਿੱਚ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ। ਮਾਇਆ ਜਿਨ ਉਪਾਈ, ਉਸੇ ਦੀ ਮਾਇਆ ਨੇ ਇਹ ਸਾਰਾ ਕੁਝ ਪੈਦਾ ਕੀਤਾ। ਅਕਾਲ ਪੁਰਖ ਜੀ ਦੀ ਮਾਇਆ ਨੇ ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਉਹ ਕਰ ਕਰਕੇ ਫਿਰ ਸਾਰਿਆਂ ਨੂੰ ਵੇਖਦਾ, ਆਪਣੇ ਕੀਤੇ ਹੋਏ ਨੂੰ ਵੇਖਦਾ। ਤੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਵੇਂ ਵਡਿਆਈ ਆ ਤਿਵੇਂ ਹੈ। ਉਹ ਉਸੇ ਨੂੰ ਭਾਉਂਦੀ ਹੈ, ਉਸੇ ਨੂੰ ਬਣਾਉਂਦੀ ਹੈ। ਤੇਰੀ ਉਪਮਾ ਤੋਹੇ ਬਨ ਆਵੈ ਵਾਲੀ ਖੇਡ ਹੈ। ਉਹ ਕਿਸੇ ਦੇ ਨਾਲ ਉਪਮਾ ਦਿੱਤੀ ਨਹੀਂ ਜਾ ਸਕਦੀ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਉਹਨੂੰ ਭਾਉਂਦਾ ਉਹ ਕਰਦਾ ਹੈ। ਜੀਵ ਦੇ ਕੀਤੇ ਕਰਮਾਂ ਮੁਤਾਬਕ ਉਹਨਾਂ ਨੂੰ ਫਲ ਦਿੰਦਾ। ਤੇ ਹੁਣ ਕੋਈ ਆਖੇ ਵੀ ਮੈਂ ਹੁਕਮ ਕਰਾਂ ਉਹਨੂੰ, ਰੱਬ ਨੂੰ ਵੀ ਏਦਾਂ ਨਹੀਂ ਏਦਾਂ ਕਰ, ਕਹਿੰਦੇ ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ। ਮੁੜ ਕੇ ਜੋ ਉਹਨੇ ਕਰਨਾ ਉਹ ਹੋ ਕੇ ਰਹਿਣਾ। ਅਕਾਲ ਪੁਰਖ ਨੂੰ ਹੁਕਮ ਕਰਕੇ ਨਹੀਂ ਅਸੀਂ ਕਹਿ ਸਕਦੇ ਰੱਬਾ ਇੰਜ ਨਹੀਂ ਤਾਂ ਇੰਜ ਕਰ। ਹਾਂਜੀ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਉਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਜਿੰਨੇ ਦੁਨੀਆ ਦੇ ਪਾਤਸ਼ਾਹ ਸਦਾਉਂਦੇ ਐ ਉਹਨਾਂ ਸਮੂਹ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸੱਜਣ ਸੱਚਾ ਪਾਤਸ਼ਾਹ ਸਤਿ ਸ੍ਰੀ ਅਕਾਲ। ਉਹ ਪਾਤਸ਼ਾਹਾਂ ਦਾ ਪਾਤਸ਼ਾਹ, ਦੁਨੀਆ ਦੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਰੁਲਦੀਆਂ ਵੇਖੀਆਂ ਨੇ। ਉਹ ਪਾਤਸ਼ਾਹ ਰੁਲਦੇ ਵੇਖੇ ਐ ਸੰਸਾਰ ਦੇ ਵਿੱਚ। ਉਹ ਕਹਿੰਦੇ, ਲੋਕ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਪੱਥਰ ਗਲਦੇ ਵੇਖੇ। ਕਹਿੰਦੇ ਇਹੋ ਜਿਹੇ ਸੰਸਾਰ ਵਿੱਚ ਜਿੱਥੇ ਕਹਿੰਦੇ ਆ ਲੋਕ ਇਹ ਪਾਤਸ਼ਾਹ ਹੈ, ਮੈਂ ਵੱਡੇ ਵੱਡੇ ਪਾਤਸ਼ਾਹਾਂ ਨੂੰ ਰੁਲਦਿਆਂ ਵੇਖਿਆ, ਭੀਖ ਮੰਗਦਿਆਂ ਵੇਖਿਆ। ਪਰ ਉਹ ਅਕਾਲ ਪੁਰਖ ਐਸਾ ਪਾਤਸ਼ਾਹ ਹੈ ਜਿਹੜਾ ਸਤ ਹੈ, ਸदैवी ਹੈ, ਔਰ ਉਹਦੀ ਪਾਤਸ਼ਾਹੀ ਵੀ ਸਤ ਤੇ ਸਦਾ ਕਾਇਮ ਰਹਿਣ ਵਾਲੀ ਹੈ। ਸੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ। ਨਾਨਕ ਜੀ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦੀ ਰਜਾ 'ਚ ਰਹਿੰਦਾ। ਉਹਦੀ ਰਜਾ 'ਚ ਰਹੀਏ ਜਿਹੜਾ ਪਾਤਸ਼ਾਹ ਹੈ, ਜਿਹੜਾ ਪਾਤਸ਼ਾਹਾਂ ਤੋਂ ਵੀ ਭੀਖ ਮੰਗਾਉਣਾ ਜਾਣਦਾ। ਸ਼ਾਹ ਮੁਹੰਮਦ ਦਾ ਡਰੀਏ ਉਸ ਰੱਬ ਕੋਲੋਂ, ਪਾਤਸ਼ਾਹਾਂ ਤੋਂ ਭੀਖ ਮੰਗਾਵਦਾ ਜੋ। ਕਹਿੰਦੇ ਮੈਂ ਉਹਦੀ ਰਜਾ 'ਚ ਰਹਿਣਾ, ਉਹਦੀ ਆਗਿਆ 'ਚ ਚੱਲਦਾ, ਉਹਦੇ ਹੁਕਮ, ਕਿਸੇ ਬੰਦੇ ਦੇ ਹੁਕਮ 'ਚ ਨਹੀਂ, ਅਕਾਲ ਪੁਰਖ ਦੇ ਹੁਕਮ 'ਚ, ਵਾਹਿਗੁਰੂ ਦੀ ਰਜਾ ਵਿੱਚ। ਉਹਦੀ ਰਜਾ 'ਚ ਰਹਿਣਾ ਕਰੋ ਭਾਈ, ਉਹਦੀ ਰਜਾ ਵਿੱਚ ਚੱਲੋ। ਦੋਹਰਾ ਜਨ ਮੂਰਤ ਅਨੁਰਾਗ ਹੋਐ, ਗਾਵਤ ਆਸਾ ਰਾਗ। ਕਹਿੰਦੇ ਮਾਨੋ ਪ੍ਰੇਮ ਨੇ ਮੂਰਤ ਧਾਰਨ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਦੀ। ਪ੍ਰੇਮ ਮੂਰਤ ਬਣਾ ਕੇ ਆ ਗਿਆ ਹੋਵੇ। ਕਿਹੜੀ ਮੂਰਤ? ਗੁਰੂ ਨਾਨਕ ਸਾਹਿਬ ਦੀ ਮੂਰਤ। ਤੇ ਪ੍ਰੇਮ ਮੂਰਤ ਧਾਰਨ ਕਰਕੇ ਤੇ ਆਸਾ ਰਾਗ ਗਾ ਰਿਹਾ ਹੋਵੇ। ਤੇ ਆਸਾ ਰਾਗ ਵਿੱਚ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਜੀ ਦੇ ਸਨਮੁਖ ਉਚਾਰਨ ਕਰ ਰਹੇ ਨੇ। ਪ੍ਰੇਮ ਹੀ ਮੂਰਤ ਧਾਰਨ ਕਰਕੇ ਮਾਨੋ ਰਾਗ ਆਸਾ ਗਾ ਰਿਹਾ ਹੈ। ਸੋਦਰ ਸ਼ਬਦ ਉਚਾਰ ਕੈ, ਬੰਦਤ ਹੋਐ ਅਸ਼ਟਾਂਗ। ਇਹ ਸੋਦਰ ਦਾ ਸ਼ਬਦ ਉਚਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਜੀ ਦੇ ਸਨਮੁਖ ਅਸ਼ਟਾਂਗ ਡੰਡੋਤੀ ਕੀਤੀ ਹੈ। ਸੋਰਠਾ ਅਖੰਡ ਮੰਡਲਾਕਾਰ, ਦਿਪਤ ਤੇਜ ਸ਼ਤ ਕੋਟ ਰਵ। ਕਹਿੰਦੇ ਅਖੰਡ ਤੇ ਮੰਡਲਾਕਾਰ ਪ੍ਰਕਾਸ਼ ਹੈ ਅਕਾਲ ਪੁਰਖ ਜੀ ਦਾ। ਮੰਡਲਾਕਾਰ ਕਹਿੰਦੇ ਜਿਵੇਂ ਗੋਲ ਆਕਾਸ਼ ਪ੍ਰਕਾਸ਼ ਹੁੰਦਾ ਸੂਰਜ ਦਾ, ਜਿਵੇਂ ਪ੍ਰਕਾਸ਼। ਪਰ ਇੱਥੇ ਇੱਕ ਸੂਰਜ ਨਹੀਂ, ਅਕਾਲ ਪੁਰਖ ਜੀ ਦੇ ਸਰੂਪ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਕਰੋੜਾਂ ਸੂਰਜਾਂ ਦੀ ਜਗਮਗ ਹੈ। ਅਨਕ ਤੜਿਤ ਚਮਕਾਰ, ਕੈਸੇ ਹੋਤ ਸਮਾਨ ਤੇ। ਕਹਿੰਦੇ ਕਰੋੜਾਂ ਬਿਜਲੀਆਂ ਵੀ ਰਲ ਕੇ ਅਕਾਲ ਪੁਰਖ ਜੀ ਦੇ ਇਸ ਪ੍ਰਕਾਸ਼ ਦੇ ਬਰਾਬਰ ਨਹੀਂ ਹੋ ਸਕਦੀਆਂ। ਕਿਵੇਂ ਹੋ ਜਾਣ? ਅਕਾਲ ਪੁਰਖ ਜੀ ਆਪਣੇ ਆਪ ਤੋਂ ਸਹਿਭੰਗ ਪ੍ਰਕਾਸ਼ਿਤ ਨੇ ਤੇ ਬਿਜਲੀਆਂ ਅਕਾਲ ਪੁਰਖ ਜੀ ਦਾ ਪ੍ਰਕਾਸ਼ ਲੈਂਦੀਆਂ ਨੇ। ਉਹ ਕਿਵੇਂ ਬਰਾਬਰੀ ਕਰ ਲੈਣ ਅਕਾਲ ਪੁਰਖ ਜੀ ਦੇ ਇਸ ਪ੍ਰਕਾਸ਼ ਦੀਆਂ?
ਚੌਪਈ ਮਹਿਮਾ ਸ਼੍ਰੀ ਅਕਾਲ ਸੁਨ ਕਾਨੇ। ਅਕਾਲ ਪੁਰਖ ਜੀ ਨੇ ਆਪਣੇ ਸ਼ਰਬਣੀ ਆਪਣੀ ਮਹਿਮਾ ਸੁਣੀ, ਭੇ ਪ੍ਰਸੀਦ ਮੰਦ ਮੁਸਕਾਨੇ। ਪ੍ਰਸੰਨ ਹੋਏ ਤੇ ਸਹਿਜੇ ਜੇ ਮੁਸਕਰਾਏ, ਸ਼੍ਰੀ ਮੁਖ ਤੇ ਪੁਨ ਗਿਰਾ ਉਚਾਰੀ। ਬੋਲੇ ਕਹਿਣ ਲੱਗੇ, ਅਬ ਤੁਮ ਜਾਵੋ ਜਗਤ ਮਝਾਰੀ। ਏ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਵਿੱਚ ਮੇਰੇ 'ਚ ਕੋਈ ਭੇਦ ਨਹੀਂ, ਮੈਂ ਨਿਰੰਕਾਰੀ, ਤੁਸੀਂ ਨਾਨਕ ਨਿਰੰਕਾਰੀ। ਸਤਿ ਸ੍ਰੀ ਅਕਾਲ। ਜਾਓ ਮਾਤ ਲੋਕ ਦੀ ਧਰਤੀ ਤੇ ਜਾ ਕੇ ਰਹਿੰਦਾ ਕਾਰਜ ਕਰੋ, ਜਿਹ ਕਾਰਨ ਨਿਜ ਧਰਿਓ ਸ਼ਰੀਰਾ। ਜਿਸ ਕਾਰਨ ਕਰਕੇ ਤੁਸੀਂ ਆਪਣਾ ਸਰੀਰ ਧਾਰਨ ਕੀਤਾ ਹੈ। ਕਰਹੋ ਕਾਜ ਪੰਜੋ ਭਵ ਪੀਰਾ। ਜਾਓ ਜਾ ਕੇ ਸੰਸਾਰ ਵਿੱਚ ਉਹ ਕਾਰਜ ਕਰੋ ਤੇ ਸੰਸਾਰ ਦੇ ਜੀਵਾਂ ਦੀ ਪੀੜਾ ਦੂਰ ਕਰੋ, ਸਿੱਖੀ ਰੀਤ ਪ੍ਰਕਾਸ਼ ਹੈ ਜਬ ਹੀ। ਔਰ ਸਿੱਖੀ ਦੀ ਮਰਿਆਦਾ ਦਾ ਪ੍ਰਕਾਸ਼ ਕਰੋ, ਸਿੱਖੀ ਦੀ ਮਰਿਆਦਾ ਨੂੰ ਪ੍ਰਕਾਸ਼ੋ। ਆਪ ਹੋ ਨਿਕਟ ਹਮਾਰੇ ਤਬ ਹੀ। ਔਰ ਉਦੋਂ ਸਾਡੇ ਕੋਲੇ ਆਇਓ। ਹਾਂਜੀ, ਕਰਤ ਕੁਕਰਮ ਸਰਬ ਨਿਰਵਾਰੋ। ਜਿਹੜੇ ਜੀਵ ਕੁਕਰਮ ਕਰ ਰਹੇ ਨੇ ਉਹਨਾਂ ਕੁਕਰਮਾਂ ਤੋਂ ਜੀਵਾਂ ਨੂੰ ਹਟਾਵੋ, ਮੋੜੋ, ਦੰਭ ਅਨੇਕਨ ਦੂਰ ਬਿਦਾਰੋ। ਔਰ ਪਖੰਡੀਆਂ ਦੇ ਪਖੰਡ ਨੂੰ ਦੂਰ ਕਰੋ, ਸਤਨਾਮ ਕੋ ਕਰ ਉਪਦੇਸ਼ਾ। ਔਰ ਸਾਡੇ ਨਾਮ ਦਾ ਪ੍ਰਕਾਸ਼ ਕਰੋ ਸੰਸਾਰ ਦੇ ਜੀਵਾਂ ਅੰਦਰ। ਧਰਨੀ ਕੋ ਸਭ ਹਰੋ ਕਲੇਸ਼ਾ। ਔਰ ਧਰਤੀ ਦੇ ਜਿਤਨੇ ਕਲੇਸ਼ ਨੇ ਉਹ ਹਰੋ ਦੂਰ ਕਰੋ। ਸੁਨ ਕਰ ਸ਼੍ਰੀ ਅਕਾਲ ਕੇ ਬਚਨਾ। ਅਕਾਲ ਪੁਰਖ ਜੀ ਦੇ ਬਚਨ ਗੁਰੂ ਨਾਨਕ ਸਾਹਿਬ ਨੇ ਸੁਣੇ, ਬੰਦੇ ਚਰਨ ਬਿਨੈ ਕਰ ਰਚਨਾ। ਔਰ ਨਮਸਕਾਰ ਕੀਤੀ ਬਿਨੈ ਰੂਪ ਕਰਕੇ, ਹਟੇ ਜਗਤ ਕੀ ਦਿਸ਼ ਗਤ ਦਾਈ। ਔਰ ਵਾਪਸ ਪਰਤੇ ਹਨ ਅਕਾਲ ਪੁਰਖ ਜੀ ਪਾਸੋਂ। ਦੀਨਨ ਬੰਧ ਦਇਆਲ ਗੋਸਾਈ। ਐਸੇ ਸਤਿਗੁਰੂ ਜੋ ਦੀਨਾਂ ਦੇ ਬੰਧੂ ਨੇ ਤੇ ਦਿਆਲੂ ਨੇ, ਗੁਸਾਈ ਨੇ। ਧਰਿਓ ਦੇਹੇ ਜਿਨ ਦੁਤੀਏ ਨ ਕਾਰਨ। ਆਹ ਕਹਿੰਦੇ ਜਿਨ੍ਹਾਂ ਇਹ ਸੰਸਾਰ ਵਿੱਚ ਕੇਵਲ ਕੋਈ ਦੂਜਾ ਕਾਰਨ ਨਹੀਂ ਹੈ ਸਰੀਰ ਧਾਰਨ ਕਰਨ ਦਾ, ਗੁਰੂ ਨਾਨਕ ਸਾਹਿਬ ਨੇ ਇੱਕੋ ਕਾਰਨ ਕਰਕੇ ਸਰੀਰ ਧਾਰਿਆ। ਜਿਹੜੇ ਜੀਵ ਦੀਨ ਨੇ, ਦੁਖੀ ਨੇ, ਉਹਨਾਂ ਤੇ ਆਪਣਾ ਤਰਸ ਕਰਕੇ ਉਹਨਾਂ ਨੂੰ ਸੰਸਾਰ ਤੋਂ ਤਾਰਨਾ, ਕੇਵਲ ਇਸੇ ਕਾਰਨ ਵਾਸਤੇ ਆਏ ਨੇ, ਹੋਰ ਕੋਈ ਦੂਜਾ ਕਾਰਨ ਨਹੀਂ। ਕੇਵਲ ਮਾਨਵ ਦੁਖੀਨ ਤਾਰਨ। ਕੇਵਲ ਦੁਖੀ ਜੀਵਾਂ ਨੂੰ ਤਾਰਨਾ, ਜਿਹੜੇ ਦੁੱਖਾਂ ਕਰਕੇ ਗਰਸੇ ਹੋਏ ਜੀਵ ਨੇ ਉਹਨਾਂ ਨੂੰ ਤਾਰਨਾ। ਜੇ ਨਰ ਤਿਨ ਕੇ ਬਚਨਨ ਮਾਹੀ। ਜਿਹੜੇ ਨਰ ਗੁਰੂ ਨਾਨਕ ਸਾਹਿਬ ਦੇ ਬਚਨ ਕਮਾਉਂਦੇ ਹਨ, ਚਲਤ ਸਦਾ ਤਿਨ ਜਮ ਭੈ ਨਾਹੀ। ਜਿਹੜੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਚੱਲਦੇ ਐ ਉਹਨਾਂ ਨੂੰ ਜੰਮਾਂ ਦਾ ਭੈ ਨਹੀਂ ਵਿਆਪਦਾ, ਉਹ ਕਿਸੇ ਸੰਸਾਰ ਦੇ ਦੁੱਖ ਕਰਕੇ ਆਤੁਰ ਨਹੀਂ ਹੁੰਦੇ। ਜਿਉ ਬਾਵਨ ਪਦ ਪੰਕਜ ਬਾਰਾ। ਕਹਿੰਦੇ ਜਿਵੇਂ ਭਗਵਾਨ 52 ਜੀ ਹੋਏ ਆ ਨਾ ਅਵਤਾਰ, ਤੇ 52 ਜੀ ਦੇ ਚਰਨਾਂ ਦੇ ਵਿੱਚੋਂ ਗੰਗਾ ਪਸਰੀ ਹੈ। ਜਿਹੜੀ ਇਹ ਗੰਗਾ ਹੈ ਇਹ 52 ਭਗਵਾਨ ਜੀ ਦੇ ਚਰਨ ਧੋਏ ਸਨ, ਉਹਦੇ ਤੋਂ ਕਹਿੰਦੇ ਗੰਗਾ ਪਸਰੀ ਹੈ। ਜਗਤ ਬਿਥਾਰੀ ਸੁਰਸ ਧਾਰਾ। 52 ਜੀ ਨੇ ਆਪਣੇ ਚਰਨਾਂ ਨਾਲ ਸੰਸਾਰ ਦੇ ਵਿੱਚ ਗੰਗਾ ਨੂੰ ਪਸਾਰਿਆ ਹੈ। ਤਿਉ ਸ਼੍ਰੀ ਨਾਨਕ ਉੱਤਮ ਬਾਣੀ। ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਗੰਗਾ ਦਾ ਵਿਸਥਾਰ ਕੀਤਾ ਭਾਈ? ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਗੁਰੂ ਖਾਲਸਾ ਜੀ ਪਵਿੱਤਰ ਗੰਗਾ ਦੇ ਸਮਾਨ ਗੁਰੂ ਨਾਨਕ ਸਾਹਿਬ ਨੇ ਸਾਰੇ ਸੰਸਾਰ 'ਚ ਵਿਸਥਾਰੀ ਹੈ। ਉਹ ਗੰਗਾ ਕੇਵਲ ਤਨ ਦੇ ਪਾਪ ਦੂਰ ਕਰੇਗੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਰੂਪੀ ਗੰਗਾ ਮਨ ਨੂੰ ਵੀ ਨਿਰਮਲ ਕਰ ਦਿੰਦੀ ਹੈ। ਹਾਂਜੀ, ਭਾਵ ਸਭ ਵਿਸਤਾਰੀ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰਾਂ ਨੇ ਇਹ ਉਦਾਹਰਣ ਵਜੋਂ ਉਦਾਹਰਣ ਦੇ ਰਹੇ ਹੈ। ਇਹਦਾ ਮਤਲਬ ਇਹ ਨਹੀਂ ਵੀ ਗੰਗਾ ਵਰਗੀ ਬਾਣੀ ਹੈ। ਬਾਣੀ ਜਿੱਥੇ ਪੜ੍ਹੀ ਜੇ ਉਹ ਥਾਂ ਗੰਗਾ ਦੇ ਸਮਾਨ ਹੋ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਬਾਣੀ ਪੜ੍ਹੀ ਜੇ ਉਹ ਜਗ੍ਹਾ ਗੰਗਾ ਹੋ ਜਾਂਦੀ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ। ਪਰ ਉਦਾਹਰਣ ਵਜੋਂ ਵੀ ਉਦਾਹਰਣ ਦੇ ਕੇ ਕਹਿ ਰਹੇ ਨੇ ਜਿਵੇਂ 52 ਜੀ ਦੇ ਚਰਨਾਂ ਤੋਂ ਗੰਗਾ ਪਸਰੀ ਹੈ, ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਬਾਣੀ ਰੂਪੀ ਗੰਗਾ ਪਸਰੀ, ਸਾਰੇ ਜਗਤ ਵਿੱਚ ਉਹਦਾ ਵਿਸਥਾਰ ਹੋਇਆ ਹੈ। ਤਿਹ ਮੈਂ ਥੂਲ ਸ਼ਰੀਰ ਜੋ ਮੱਝ ਹੈ। ਜਿਹੜੀ ਉਹ ਬਾਹਰਲੀ ਗੰਗਾ ਹੈ ਦੇਵ ਨਦੀ, ਉਹਦੇ ਚ ਸਥੂਲ ਸਰੀਰ ਇਸ਼ਨਾਨ ਕਰਦੇ ਨੇ। ਪਾਪ ਕਮਾਤੇ ਸਭ ਹੀ ਭੱਜ ਤੇ ਹੈ। ਕਹਿੰਦੇ ਸਰੀਰ ਦਾ ਇਸ਼ਨਾਨ ਕੀਤਿਆਂ ਕਮਾਏ ਪਾਪ ਨਸ਼ਟ ਹੁੰਦੇ ਨੇ ਗੰਗਾ ਵਿੱਚ। ਇਸ ਮੈਂ ਸੂਖਮ ਮਨ ਇਸ਼ਨਾਨਾ। ਪਰ ਗੁਰਬਾਣੀ ਦੀ ਇਸ ਗੰਗਾ ਵਿੱਚ ਸੂਖਮ ਮਨ ਦਾ ਇਸ਼ਨਾਨ ਹੁੰਦਾ। ਸਾਡਾ ਸੂਖਮ ਮਨ, ਉਹਦਾ ਇਸ਼ਨਾਨ ਹੁੰਦਾ ਹੈ। ਕਰ ਹੈ ਜੇ ਨਰ ਤਿਨ ਕੇ ਗਤ ਪਾਨਾ। ਤੇ ਜਿਹੜੇ ਭਾਈ ਇਸ ਸੂਖਮ ਮਨ ਦਾ ਇਸ਼ਨਾਨ ਕਰਾਉਂਦੇ, ਗੁਰਬਾਣੀ ਪੜ੍ਹਦੇ ਸੁਣਦੇ ਆ, ਇਹ ਬਾਣੀ ਉਹਨਾਂ ਦੀ ਕਲਿਆਣ ਕਰ ਦਿੰਦੀ ਹੈ।
ਇਹ ਬਾਣੀ ਉਹਨਾਂ ਨੂੰ ਬੰਧਨ ਮੁਕਤ ਕਰ ਦਿੰਦੀ ਹੈ। ਸੋ ਇੱਕ ਥਲ ਇਹ ਸਭ ਥਲ ਮਾਹੀ। ਆਖੋ ਸਤਨਾਮ ਸ੍ਰੀ। ਸ੍ਰੀ ਵਾਹਿਗੁਰੂ। ਕਹਿੰਦੇ ਉਸ ਗੰਗਾ ਤੇ ਇਸ ਗੰਗਾ 'ਚ ਫਰਕ ਕੀ ਹੈ? ਕਹਿੰਦੇ ਉਹ ਗੰਗਾ ਹਰਿਦੁਆਰ ਕੋਲੋਂ ਵਗਦੀ ਹੈ, ਇੱਕ ਜਗ੍ਹਾ ਤੋਂ ਇੱਕ ਟਾਈਮ ਤੇ ਵਗਦੀ ਹੈ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਰੂਪੀ ਗੰਗਾ ਹਰ ਜਗ੍ਹਾ ਤੇ ਹਰ ਥਾਂ ਤੇ ਹੈ। ਜਿੱਥੇ ਵੀ ਬੈਠਾ ਕੋਈ ਪੜ੍ਹੇਗਾ ਉਹਨੂੰ ਮੋਕਸ਼ ਪ੍ਰਦਾਨ ਕਰੇਗੀ। ਸਤਿ ਸ੍ਰੀ ਅਕਾਲ। ਕਿਤੇ ਬਹਿ ਕੇ ਪੜ੍ਹ ਲਵੇ, ਕਿਤੇ ਵੀ ਜਗ੍ਹਾ ਦੇ ਉੱਤੇ ਬਹਿ ਕੇ ਪੜ੍ਹ ਲਵੇ, ਉੱਥੇ ਹੀ ਹਾਜ਼ਰ ਹੈ ਇਹ। ਹਾਂਜੀ, ਸਭ ਬਿਦ ਸੁਗਮ ਅਗਮ ਕਛ ਨਾਹੀ। ਸਰਵ ਪ੍ਰਕਾਰ ਨਾਲ ਸੁਗਮ ਹੈ ਇਹ ਬਾਣੀ ਨੂੰ ਪੜ੍ਹਨਾ। ਕਿਤੇ ਵੀ ਬਹਿ ਕੇ ਕੋਈ ਪੜ੍ਹ ਸਕਦਾ ਹੈ। ਪੜਤ ਸੁਨਤ ਗਤ ਦੇਤ ਸੁਖਾਰੇ। ਇਹਨੂੰ ਪੜ੍ਹ ਸੁਣ ਕੇ ਜੀਵ ਨੂੰ ਸੁਖ ਪ੍ਰਾਪਤ ਹੁੰਦਾ ਹੈ। ਜੇ ਨ ਕਮਾਵੇਂ ਜਗ ਪਵਹਾਰੇ। ਜਿਹੜੇ ਗੁਰਬਾਣੀ ਨਹੀਂ ਪੜ੍ਹਦੇ, ਜਿਹੜੇ ਗੁਰਬਾਣੀ ਨਹੀਂ ਸੁਣਦੇ, ਉਹ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਨੇ। ਸੰਸਾਰ ਵਿੱਚ ਨਿਕੰਮੇ। ਦੋਹਰਾ ਸਤ ਸੰਗਤ ਸ਼ੁਭ ਘਾਟ ਤੇ ਨਿਤ ਕਰੋ ਇਸ਼ਨਾਨ। ਕਹਿੰਦੇ ਸਾਧ ਸੰਗਤ ਰੂਪੀ ਘਾਟ ਹੈ। ਜਿਵੇਂ ਗੰਗਾ ਦੇ ਕੰਢੇ ਘਾਟ ਬਣੇ ਹੁੰਦੇ ਆ ਨਾ, ਕਹਿੰਦੇ ਬਾਣੀ ਦਾ ਘਾਟ ਕਿਹੜਾ? ਜਿੱਥੋਂ ਇਹਦਾ ਇਸ਼ਨਾਨ ਹੁੰਦਾ ਹੈ। ਆ ਜਿੱਥੇ ਤੁਸੀਂ ਬੈਠੇ ਹੋ ਸਤ ਸੰਗਤ ਤੇ ਘਾਟ ਹੈ। ਇੱਥੇ ਕਹਿੰਦੇ ਮੈਂ ਇਸ਼ਨਾਨ ਕਰਦਾ ਹਾਂ। ਕਵ ਸੰਤੋਖ ਸਿੰਘ ਬੰਦ ਦੁਐ ਨਮੋ ਨਮੋ ਗੁਣ ਖਾਨ। ਮਹਾਕਵੀ ਕਵੀ ਰਾਜ ਚੂੜਾਮਣੀ ਜੀ, ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਮੈਂ ਗੁਣਾਂ ਦੀ ਖਾਨ ਸਤਿਗੁਰਾਂ ਦੇ ਚਰਨਾਂ ਤੇ, ਗੁਰੂ ਕੀ ਸੰਗਤ ਤੇ ਚਰਨਾਂ ਤੇ ਬਾਰੰਬਾਰ ਨਮਸਕਾਰ ਕਰਦਾ ਹਾਂ। ਔਰ ਨਮਸਕਾਰ ਕਰਦਾ ਹੋਇਆ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਪੁਰਬਾਰਧ ਹਿੱਸਾ ਇੱਥੇ ਸਮਾਪਤ ਕਰਦਾ ਹਾਂ। ਕਿਉਂਕਿ ਗੁਰੂ ਨਾਨਕ ਪ੍ਰਕਾਸ਼ ਦੋ ਹਿੱਸਿਆਂ ਵਿੱਚ ਲਿਖਿਆ ਹੈ। ਜਿਵੇਂ ਆਪਾਂ ਦੋ ਭਾਗ ਨਹੀਂ ਕਹਿ ਦਿੰਦੇ, ਦੋ ਭਾਗ ਨੇ। ਪਹਿਲਾ ਭਾਗ ਹੈ ਪੁਰਬਾਰਧ, ਦੂਸਰਾ ਭਾਗ ਹੈ ਉਤਰਾਰਧ। ਪੂਰਬਾਰਧ ਦੀ ਅੱਜ ਸਮਾਪਤੀ ਹੋਈ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ, ਦਇਆ ਨਾਲ ਇੱਥੇ ਤੱਕ ਕਥਾ ਦਾ ਵਿਰਾਮ ਹੋਇਆ। ਅਗਲੇਰੇ ਪ੍ਰਸੰਗ ਉਤਰਾਰਧ ਪ੍ਰਸੰਗ ਜਿਹੜਾ ਹੈ, ਉਤਰਾਰਧ ਹਿੱਸਾ, ਉਹਦੀ ਆਰੰਭਤਾ ਕੱਲ ਦੇ ਪ੍ਰਸੰਗਾਂ 'ਚ ਹੋਵੇਗੀ। ਗੁਰੂ ਬਾਬੇ ਦੀਆਂ ਸਿਫਤਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ।